7 ਨਵੰਬਰ ਨੂੰ ਡਬਲ ਮਰਡਰ ਨਕੋਦਰ ਦੇ ਵਿੱਚ ਹੋਇਆ ਸੀਗਾ, ਉਸ ਨੂੰ ਜਲੰਧਰ ਰੂਰਲ ਪੁਲਿਸ ਨੇ ਸੋਲਵ ਕਰ ਲਿਆ ਹੈਗਾ ਤੇ 3 ਗ੍ਰਿਫਤਾਰੀਆਂ ਕੀਤੀਆਂ ਤੇ ਜਿਹੜਾ ਮੋਡਿਊਲ ਇਸ ਮਰਡਰ ਦੇ ਪਿੱਛੇ ਸੀਗਾ ਉਹ ਪੂਰੀ ਤਰ੍ਹਾਂ ਉਸ ਨੂੰ ਅਨਵੇਲ ਕਰਕੇ ਬਸਟ ਕੀਤਾ ਗਿਆ ਹੈ। ਇਹ ਐਕਸਟੋਰਸ਼ਨ ਕਾਲ 1 ਨਵੰਬਰ ਨੂੰ ਹੋਈ ਸੀਗੀ ਡਿਸੀਜ਼ਡ ਭੁਪਿੰਦਰ ਸਿੰਘ ਉਰਫ ਟਿਮੀ ਨੂੰ ਤੇ 8 ਨਵੰਬਰ ਨੂੰ ਦੂਜੀ ਐਕਸਟੋਰਸ਼ਨ ਕਾਲ ਵੀ ਸੀ। ਉਸ ਤੋਂ ਬਾਅਦ ਉਹਨਾਂ ਨੇ ਮਸਲਾ ਪੁਲਿਸ ਦੇ ਨੋਟਿਸ 'ਚ ਲਿਆਂਦਾ ਸੀਗਾ ਤੇ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਸੀ। ਇਹ ਜਿਹੜਾ ਇੰਸੀਡੈਂਟ 7 ਦਸੰਬਰ ਨੂੰ 8:30 AM ਤੇ ਹੋਇਆ ਸੀਗਾ, ਜਦੋਂ 2 ਮੋਟਰਸਾਈਕਲਾਂ ਤੇ 5 ਅਣਪਛਾਤੇ ਵਿਅਕਤੀ ਆਏ ਸੀਗੇ ਤੇ ਉਹਨਾਂ ਨੇ ਗੋਲੀਆਂ ਚਲਾਈਆਂ ਸੀ, ਜਿਸ ਤੇ ਜਿਹੜਾ ਗਨਮੈਨ ਮਨਦੀਪ ਸਿੰਘ ਸੀਗਾ ਉਹਨੇ ਜਵਾਬੀ ਫਾਇਰ ਕੀਤਾ ਸੀ, ਕਾਫੀ ਬਹਾਦਰੀ ਨਾਲ ਅਟੈਕ ਦਾ ਜਵਾਬ ਦਿੱਤਾ ਸੀਗਾ ਤੇ ਦੋਵਾਂ ਨੂੰ ਇੰਜਰੀਜ਼ ਹੋਈ ਸੀ। ਭੁਪਿੰਦਰ ਸਿੰਘ ਟਿਮੀ ਸਕਮ ਟੂ ਹਿਸ ਇੰਜਰੀਜ਼ ਤੇ ਨੈਕਸਟ ਡੇ ਜਿਹੜਾ ਸਾਡਾ ਮੁਲਾਜ਼ਮ ਮਨਦੀਪ ਸੀਗਾ ਉਹ ਵੀ ਸ਼ਹੀਦ ਹੋ ਗਿਆ ਸੀ। ਇਹ ਸਾਰੀ ਇਨਵੈਸਟੀਗੇਸ਼ਨ ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਆਈ ਕਿ ਇਹ ਕਿਸੇ ਵੀ ਆਰਗੇਨਾਈਜ਼ਡ ਜਾਂ ਕਿਸੇ ਕ੍ਰਿਮੀਨਲ ਗਰੁੱਪ ਨਾਲ ਐਸੋਸੀਏਟਡ ਗਰੁੱਪ ਦਾ ਕੰਮ ਨਹੀਂ ਸੀ। ਇਹ ਬਿਲਕੁਲ ਹੀ ਨਵਾਂ ਗਰੁੱਪ ਜਿਹੜਾ ਇਮਰਜ ਹੋਇਆ ਸੀਗਾ, ਜਿਸ ਦਾ ਸੂਤਰਧਾਰ ਇੱਕ USA ਦੇ ਵਿੱਚ ਯੂਬਾ ਸਿਟੀ ਦੇ ਵਿੱਚ ਬੈਠਿਆ ਹੋਇਆ ਬੰਦਾ ਜਿਹੜਾ ਅਮਨਦੀਪ ਸਿੰਘ ਪੂਰੇਵਾਲ ਹੈਗਾ। ਇਹ ਮਾਲੜੀ ਪਿੰਡ ਉਹ ਨਿਰੇ ਹੈਗਾ, ਉਸ ਤੋਂ ਮਾਲੜੀ ਪਿੰਡ ਦਾ ਰਹਿਣ ਵਾਲਾ ਹੈਗਾ ਤੇ ਇਸ ਦਾ ਜਿਹੜਾ ਕੀ ਆਪਰੇਟਰ ਇੰਡੀਆ ਦੇ ਵਿੱਚ ਗੁਰਿੰਦਰ ਸਿੰਘ ਉਰਫ ਗਿੰਦਾ ਉਹ ਵੀ ਮਾਲੜੀ ਪਿੰਡ ਦਾ ਸੀਗਾ। ਉਹ ਸੇਮ ਵਿਲੇਜ ਜਿਹੜਾ ਜਿੱਥੇ ਪਲੇਸ ਆਫ ਅਕਰੈਂਸ ਹੈਗੀ ਉਸ ਦੇ ਕਾਫੀ ਨੇੜੇ ਪਿੰਡ ਦੇ 2 ਵਸਨੀਕ ਸੀਗੇ, ਇੱਕ USA ਦੇ ਵਿੱਚ ਬੈਠਿਆ ਸੀ। ਅਸੀਂ ਵਾਇਸ ਐਨਾਲਿਸਿਸ ਤੋਂ ਕੰਪੇਅਰ ਕਰਾ ਕੇ ਇਹ ਕਨਫਰਮ ਹੋ ਗਿਆ ਕਿ ਇਹ ਜਿਹੜੀ ਵਾਇਸ ਸੀਗੀ ਇਹ ਅਮਨਦੀਪ ਦੀ ਸੀਗੀ, ਜਿਸ ਵਾਇਸ ਤੋਂ ਐਕਸਟੋਰਸ਼ਨ ਹੋਈ ਸੀ। ਤੇ ਇਹਦੀ ਪਹਿਲੇ ਇੱਕ ਅਮਰੀਕ ਸਿੰਘ ਨਾਂ ਦਾ ਬੰਦਾ ਸੀਗਾ, ਬਠਿੰਡੇ ਡਿਸਟ੍ਰਿਕਟ ਦਾ ਰਿਹਾਇਸ਼ੀ, ਜਿਸ ਨੇ ਰੈਕੀ ਕੀਤੀ ਸੀ ਅਲੋਂਗ ਵਿਦ 1 ਸਾਜਨ। ਇਹ ਦੋਵੇਂ ਹਾਲੇ ਐਬਸਕੌਂਡਿੰਗ ਹੈਗੇ ਤੇ ਰੈਕੀ ਦੇ ਵਿੱਚ ਇੱਕ ਸਫਾਰੀ ਕਾਰ ਤੇ ਇੱਕ ਸਕਾਰਪੀਓ ਕਾਰ ਵਰਤੀ ਗਈ ਸੀ। ਸਫਾਰੀ ਕਾਰ ਰਿਕਵਰ ਹੋ ਗਈ ਹੈ, ਸਕਾਰਪੀਓ ਕਾਰ ਦੇ ਪਿੱਛੇ ਸਾਰੀ ਪੁਲਿਸ ਪਾਰਟੀ ਲੱਗੀ ਹੈ ਤੇ ਉਹ ਵੀ ਰਿਕਵਰ ਹੋ ਚੁੱਕੀ। ਟੋਟਲ 3 T-bore ਪਿਸਟਲਸ ਇਲੀਗਲੀ ਯੂਜ਼ ਹੋਏ ਸੀਗੇ। ਸੋ ਥੀਸ ਵੈਪਨਸ ਵਰ ਸੋਰਸਡ ਬਾਈ ਗੁਰਿੰਦਰ ਸਿੰਘ ਗਿੰਦਾ ਜਿਹੜਾ ਮਾਲੜੀ ਪਿੰਡ ਦਾ ਸੀਗਾ। ਜਿਹੜੇ ਅਕਿਊਜ਼ 5 ਜਿਹੜੇ 2 ਮੋਟਰਸਾਈਕਲਾਂ ਤੇ ਆਏ ਸੀਗੇ ਉਹਨਾਂ ਦੇ ਨਾਂ ਹੈਗੇ ਪੁਸ਼ਕਰਨ ਸਿੰਘ ਏਲੀਆਸ ਫੌਜੀ, ਆਰਓ ਵਿਲੇਜ ਨੰਗਲਾ, PS ਤਲਵੰਡੀ ਸਾਬੋ ਡਿਸਟ੍ਰਿਕਟ ਬਠਿੰਡਾ, ਇਹ ਗ੍ਰਿਫਤਾਰ ਹੋ ਗਿਆ ਹੈਗਾ। ਕਮਲਦੀਪ ਸਿੰਘ ਏਲੀਆਸ ਦੀਪ, ਆਰਓ ਪਿੰਡ ਬ੍ਰਾਹਮਣਾ ਦੀਵਾਨਾ, PS ਸਦਰ ਬਠਿੰਡਾ, ਇਹ ਵੀ ਗ੍ਰਿਫਤਾਰ ਹੋ ਗਿਆ ਹੈ। ਮੰਗਾ ਸਿੰਘ ਉਰਫ ਮੰਗਾ ਸਿੰਘ ਪਿੰਡ ਜੱਸੀਪੋ ਵਾਲੀ, PS ਕੋਟ ਫੱਤਾ ਡਿਸਟ੍ਰਿਕਟ ਬਠਿੰਡਾ, ਤਿੰਨੋਂ ਬਠਿੰਡਾ ਜ਼ਿਲ੍ਹੇ ਦੇ ਰਿਹਾਇਸ਼ੀ ਹੈਗੇ, ਗ੍ਰਿਫਤਾਰ ਹੋ ਗਏ ਹੈਗੇ। ਤੇ ਜਿਹੜੇ ਇਹ ਆਏ ਸੀ ਕਿ ਮੁਲਜ਼ਮ ਮੋਟਰਸਾਈਕਲ ਤੇ ਸਤਪਾਲ ਏਰੀਆ ਸਾਜਨ ਤੇ ਇੱਕ ਠਾਕੁਰ ਨਾਂ ਦਾ ਬੰਦਾ, ਇਹ ਦੋਵੇਂ ਐਬਸਕੌਂਡਿੰਗ ਹੈਗੇ। ਇਹ ਟੋਟਲ ਜਿਹੜੀ ਪਲੈਨਿੰਗ ਸੀਗੀ ਇੰਡੀਆ ਦੇ ਵਿੱਚ ਜਿਸ ਨੂੰ ਅੰਜਾਮ ਦਿੱਤਾ ਇਹ ਗੁਰਿੰਦਰ ਸਿੰਘ ਗਿੰਦੇ ਨੇ ਦਿੱਤੀ ਸੀ ਪਲੈਨਿੰਗ ਨੂੰ। ਇਹ ਜਿਹੜੀ ਮੋਟਰਸਾਈਕਲਾਂ ਵਰਤੀਆਂ ਗਈ ਸੀ ਇਹਦੇ ਬਾਰੇ ਵੀ ਇਹਨਾਂ ਦੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਦੇ ਵਿੱਚ ਆ ਗਿਆ ਹੈਗਾ ਤੇ ਇਹਨਾਂ ਦੀ ਡਿਸਕਲੋਜ਼ਰ ਸਟੇਟਮੈਂਟ ਤੇ ਸਾਨੂੰ ਆਸ ਹੈ ਅਸੀਂ ਛੇਤੀ रिकवर कर लाएंगे। ये जो नकोदर में 7 नवंबर को डबल मर्डर हुआ था भूपिंदर सिंह टिमी और पंजाब पुलिस के मुलाजिम मनदीप सिंह का, उस केस को जलंधर देहाती पुलिस ने सॉल्व कर लिया है। 3 गिरफ्तारियां इस केस में करी गई हैं और जो इन्वेस्टिगेशन से प्रिलिमिनरी इन्वेस्टिगेशन से पता लगा है कि 2 एक्सटॉर्शन कॉल्स हुई थी, 1 नवंबर को और 8 नवंबर को। वॉइस एनालिसिस से और इन्वेस्टिगेशन से यह पता लगा है कि अमनदीप सिंह पूरेवाल जो कि नजदीक के गांव मालड़ी का रहने वाला है, उसने ये कॉलें करी थी और एक्सटॉर्शन की डिमांड करी थी। जब ये मसला पुलिस के संज्ञान में लाया गया तो उसको सिक्योरिटी प्रोवाइड करी गई थी। कांस्टेबल मनदीप सिंह उनके साथ वेपन के साथ डिप्लॉय किया गया था। ये रेकी जो ये इसने पूरेवाल ने ऑर्गेनाइज कराई, ये 2 लोगों ने रेकी करी थी, भटिंडे का अमरीक सिंह और साजन भटिंडे का, ये दोनों एब्सकॉन्डिंग है और इसको फैसिलिटेट सारे प्लान को गुरिंदर सिंह गिंदा, ये भी मालड़ी विलेज का है और अमनदीप का काफी क्लोज एसोसिएट है, इसने अरेंज किया था। एक सफारी गाड़ी और एक स्कॉर्पियो गाड़ी रेकी में यूज हुई थी, जिसमें से सफारी गाड़ी रिकवर हो गई है और गिंदे ने ही वेपन्स अरेंज किए थे, इलीगल वेपन्स है। ये 3 30-bore पिस्टल अरेंज करके जिन्होंने एक्चुअली क्राइम किया उनको हैंड ओवर करे। ये जो क्राइम करने वाले लोग थे जिन्होंने शूट आउट को अंजाम दिया था, पुष्करण सिंह एलियास फौजी, कमलदीप सिंह एलियास दीप और मंगा सिंह, ये तीनों डिस्ट्रिक्ट भटिंडा के रहने वाले हैं और इनके साथ 2 और लोग सतपाल और साजन और ठाकुर, ये भी एब्सकॉन्डिंग है। 1 30-bore का वेपन रिकवर हुआ है और एक सफारी गाड़ी अभी रिकवर हुई है। इसमें जो देखने वाली बात है कि
इस ग्रुप का किसी भी नॉन क्रिमिनल गैंग से कोई लिंक नहीं पाया गया और एक नया ही जिसका सूत्रधार ये बैठा हुआ यूएस बैठा हुआ आदमी था। और गिनता ये तकरीबन सभी जो एक्चुअल शूटर्स हैं इनकी ये 18-19 साल की 20 साल की एज ग्रुप के हैं और ये जो हैंडलर्स थे इनकी एज ये अर्ली 30s में है, मैच्योर्ड एज ग्रुप की। Jalandhar Rural Police has worked out the double murder case which took place in Napodar on November 7th at around 8:30 p.m. With the arrest of 3 shooters involved in the case. The preliminary investigation has disclosed that extortion calls on November 1st and November 8th were made by one Amandeep Singh, who is sitting in Yuba City, California, and who is originally from village Malari, which is nearby in district Jalandhar. The key associate of Amandeep was Gurinder Singh Ginda, also resident of the same village, and these two were the masterminds of the plan, and they had engaged 5 other persons who ultimately went into motorcycles for the attack on Bhupinder Singh Tilly. Before the attack, recce was conducted by 2 persons, one Amrik Singh who is absconding, and one Sajan, he is also absconding, both resident of district Bhatinda. One Scorpio car and one Safari car were used in the recce. The Safari car has been recovered. 3 30-bore pistols illegally sourced by Ginda were handed over to this module for executing the crime. The 5 persons involved in the shootout are Pushkaran Singh alias Fauji, Kamaldeep Singh alias Deep, Manga Singh, Satpal and Thakur. Out of these 5, 3 have been arrested. Pushkaran Singh Fauji, Kamaldeep Singh Deep and Manga Singh have been arrested. The 134 pistol has been recovered. Disclosure statement has disclosed that the 2 motorcycles have been thrown in a flowing canal and they are likely to be recovered soon. And one noteworthy thing about this module is that it is not connected to any organized criminal gang, and it seems to have, they have sort of hashed the plan by at their own level. And because I think they were located very close to the deceased, where the deceased was living, and so I'll request for any questions. सर, ये जो आपने बताया कि नया गैंग है, ये कुछ किसी के साथ संपर्क में थे या अपना प्राइवेट इन्वेस्टिगेशन में कुछ सामने आया कि अपना अभी से ये कुछ जमाना चाहते थे पंजाब में रंगदारी या टाइप इस टाइप? ये नया, इसीलिए मैंने इनफैक्ट अपनी पिछली प्रेस कॉन्फ्रेंसों में भी कहा है कि लोगों को मैंने अपील करी थी कि आप खुल के सामने आए। आपको कॉल्स आती है, तकरीबन ये लोकल लोग होते हैं कि नाम ये दूसरे गैंगस्टर्स का ले लेते हैं। 90% ये जो कॉल्स हैं या फेक होती हैं या लोकल लोग होते हैं जो चाहते हैं कि चलो हम भी एक्सटॉर्शन कर लेंगे, वेरीफाई नहीं होता। गौरव जी, ये ਜਿਹੜਾ ਕਿ ਬਹੁਤ ਬਾਰ-ਬਾਰ ਗੱਲ ਆ ਰਹੀ, ਜਿਨ੍ਹਾਂ ਨੂੰ ਤੁਸੀਂ ਸੈੱਟ ਆਦੀ ਆਪਾਂ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ, ਉਹ ਸਿਕਿਉਰਿਟੀ ਦੇ ਵਿੱਚ ਹੀ ਜਿਹੜੀ ਵਾਰਦਾਤ ਹੁੰਦੀ ਹੈ ਤੇ ਕਈ ਘਟਨਾ ਵਾਪਰੀਆਂ ਨੇ ਤਾਂ ਉਹ ਕਾਮਯਾਬ ਹੋਏ ਨਹੀਂ। ਜਿਸ ਤਰ੍ਹਾਂ ਇਹ ਗੈਂਗ ਹੈਗੇ ਨੇ, ਇਹ ਗੈਂਗ ਦੀ ਮੁੱਖ ਜੋ ਵੀ ਇਹਨਾਂ ਦੀ ਪਿੱਛੇ ਨਵਾਂ ਗੈਂਗ ਹੈ, ਲੇਕਿਨ ਤੁਸੀਂ ਕਿਵੇਂ ਟੈਕਲ ਕਰੋਗੇ? ਆਪਾਂ ਥ੍ਰੈਟ ਆਉਂਦੀ ਹੈ, ਅਸੀਂ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ, ਉਹ ਤੋਂ ਬਾਅਦ ਕਿੱਥੇ ਕੋਈ ਕਮੀ ਰਹਿੰਦੀ, ਕਿੱਥੇ ਕਰਕੇ ਉਹ ਨਾ ਵਾਰਦਾਤ ਕਰ ਦਿੰਦੇ ਜਾਂ ਆਪਾਂ ਕੁਝ ਟਰੈਕ ਕਰਨ ਚ ਆਪਾਂ ਤੁਹਾਡੀ ਗੱਲ ਠੀਕ ਹੈ ਜੀ। ਮੈਂ ਇਸ ਤੇ ਕਲੈਰੀਫਾਈ ਕਰਦਾ ਬਾਜਵਾ ਜੀ ਕਿ ਦੇਖੋ, ਸਭ ਤੋਂ ਪਹਿਲੇ ਤਾਂ ਇਸ ਕੇਸ ਦੀ, ਇਸ ਪਾਰਟਿਕੂਲਰ ਕੇਸ ਦੀ ਗੱਲ ਕਰੋ ਤਾਂ ਬਹੁਤ ਬਹਾਦਰੀ ਤੇ ਹਿੰਮਤ ਨਾਲ ਉਸਨੇ ਮੁਕਾਬਲਾ ਕੀਤਾ। ਰੈਦਰ ਇਹਨਾਂ ਨੇ, ਮੈਂ ਦੱਸਾਂਗਾ ਐਸਐਸਪੀ ਸਾਹਿਬ ਨੂੰ ਰਿਕੁਐਸਟ ਕਰਾਂਗਾ ਹੋਰ ਡਿਟੇਲਸ ਦੱਸਣਗੇ ਕਿ ਇਹਨਾਂ ਨੂੰ ਸਪੈਸੀਫਿਕ ਇੰਸਟਰਕਸ਼ਨਸ ਸੀ ਕਿ ਪੁਲਿਸ ਨਾਲ ਹੋਵੇ ਤੇ ਪੁਲਿਸ ਤੇ ਗੋਲੀ ਨਹੀਂ ਚਲਾਉਣੀ, ਕਿਉਂਕਿ ਫਿਰ ਪੰਗਾ ਵੱਧ ਜਾਂਦਾ ਹੈ। ਪਰ ਇਹ ਜਿਹੜੇ ਮੁਲਜ਼ਮ ਹੈਗੇ, ਇਹਨਾਂ ਨੇ ਕਿਹਾ ਕਿ ਕਿਉਂਕਿ ਸਾਡੇ ਤੇ ਗੋਲੀਆਂ ਚੱਲ ਰਹੀ ਸੀ, ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ। तो in this particular case एक बहुत डट के मुकाबला किया गया। ते सर्टेन अदर, मैं जनरलाइज नहीं कर रहा, किते पुलिस है, देयर हैव बीन पुलिस हैज नॉट बीन अप टू द मार्क। कई केसां च काफी अच्छा एक्शन होया। ਅਸੀਂ ओवरऑल मैं बहुत ज्यादा क्योंकि सिक्योरिटी नहीं ਮੈਨੂੰ ਗੱਲ ਕਰਦਾ। ਅਸੀਂ ਇਹਦੇ ਵਿੱਚ ਨਾ ਬੇਸਿਕਲੀ ਜਿਹੜੇ ਦੇਖੋ ਇਹਦੇ ਦੋ ਤਰੀਕੇ, ਇੱਕ ਤੇ ਪ੍ਰੋਐਕਟਿਵ ਪੁਲਿਸਿੰਗ ਨਾਲ ਜਿਹੜੀਆਂ ਟਾਈਮ ਹੈ ਜਦੋਂ ਇਹ ਗੱਲ ਸ਼ੁਰੂ ਹੁੰਦੀ ਹੈ, ਜਦੋਂ ਸਾਨੂੰ ਲੋਕਾਂ ਦਾ ਸਹਿਯੋਗ ਮਿਲਦਾ ਹੈ, ਲੋਕਾਂ ਤੋਂ ਸਾਨੂੰ ਰਿਪੋਰਟਿੰਗ ਹੁੰਦੀ ਹੈ ਕਾਲਾਂ ਦੀ, ਉਸ ਤੋਂ ਬਾਅਦ ਇਹਨੂੰ ਟੈਕਨੀਕਲ ਤੌਰ ਤੇ ਇਨਵੈਸਟੀਗੇਟ ਕਰਕੇ ਕਿ ਕਾਲਾਂ ਜਿਹੜੀਆਂ ਟ੍ਰੇਸ ਕਰਨੀ ਚਾਹੀਦੀਆਂ। ਅਸੀਂ ਕਈ ਗੈਂਗ ਜਿੱਦਾਂ ਦੇ, ਤੁਹਾਨੂੰ ਯਾਦ ਹੈ ਅੰਮ੍ਰਿਤਸਰ ਦੇ ਵਿੱਚ ਕੁਝ ਡਾਕਟਰ ਸੀਗੇ, ਉਹਨਾਂ ਨੂੰ ਐਕਸਟੋਰਸ਼ਨ ਕਾਲਸ ਆ ਰਹੀ ਸੀ, ਅਸੀਂ ਟ੍ਰੇਸ ਕੀਤਾ ਤੇ ਉਹ ਬਿਹਾਰ ਤੋਂ ਕਾਲਾਂ ਆ ਰਹੀ ਸੀ। ਮੈਂ ਐਗਜ਼ਾਮਪਲ ਦੇ ਰਿਹਾ। ਸੋ ਦਾ ਥਿੰਗ ਇਜ਼ ਕਿ ਇਹਨਾਂ ਨੂੰ, ਤੁਹਾਡੀ ਗੱਲ ਠੀਕ ਹੈ ਕਿ ਅਸੀਂ ਹਰ ਬੰਦੇ ਨੂੰ ਸਿਕਿਉਰਿਟੀ ਪ੍ਰੋਵਾਈਡ ਨਹੀਂ ਕੀਤੀ ਜਾ ਸਕਦੀ ਹੈ। ਇਸ ਨੂੰ ਟ੍ਰੇਸ, ਹਰ ਜਿਹੜਾ ਕੇਸ ਰਿਪੋਰਟ ਹੋਵੇ ਉਹ ਟ੍ਰੇਸ ਕੀਤਾ ਜਾਵੇ, ਬੰਦੇ ਫੜੇ ਜਾਣ, ਸੋ ਦੈਟ ਡੈਟਰੈਂਸ ਇਜ਼ ਦੇਅਰ ਕਿ ਇਹ ਜਿਹੜੇ ਕਾਲ ਕਰਨਗੇ ਉਹਨਾਂ ਦੀ ਖੈਰ ਨਹੀਂ, ਦੇ ਵਿਲ ਬੀ ਡੈਡ ਸਟ੍ਰਿਕਟਲੀ ਐਸ ਪਰ ਲਾਅ।
ਡੀਜੀਪੀ ਸਾਹਿਬ ਤੁਸੀਂ ਦੱਸਿਆ ਪਿੰਡ ਸਿੰਘ ਸੀਗਾ, ਇਹ ਕਿਹੜਾ ਪਿੰਡ ਸੀ ਤੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਉੱਥੇ ਯੂਐਸਏ ਚ ਗੱਲ ਹੁੰਦੀ ਹੈ ਜਿਹਨਾਂ ਦੇ ਆਪਸ ਦੇ ਵਿੱਚ? ਨਹੀਂ, ਪਿੰਡ ਸਿੰਘ ਨਹੀਂ ਸੀ, ਉਹ ਨੇੜੇ ਦੇ ਪਿੰਡ ਦਾ ਸੀ। ਮਤਲਬ ਇਹ ਜਿਹੜੀ ਹਾਲੇ ਇਨਵੈਸਟੀਗੇਸ਼ਨ ਕਿਉਂਕਿ ਉਹ ਨਕੋਦਰ ਚ ਸੀਗੇ, ਜਿਹੜੇ ਡਿਸੀਜ਼ਡ ਟਿਮੀ ਜੀ ਸੀਗੇ, ਤੇ ਇਹਨਾਂ ਦਾ ਪਿੰਡ ਨਕੋਦਰ ਦੇ ਲੱਗੇ ਨੇ। ਤੁਸੀਂ ਬੋਲੋ। ਨਕੋਦਰ ਪਿੰਡ ਜਿਹੜਾ ਮਾਲੜੀ ਜਿਹੜਾ ਹੈਗਾ, ਇਹ ਮਾਲੜੀ ਪਿੰਡ ਇੱਕ ਬੜਾ ਵੱਡਾ ਗੁਰਦੁਆਰਾ ਸਾਹਿਬ ਹੈਗਾ, ਉੱਥੇ ਟਿੰਮੀ ਜਿਹੜਾ ਹੈਗਾ ਰੈਗੂਲਰਲੀ ਉੱਥੇ ਜਾਂਦਾ ਸੀਗਾ। ਇਹਦੇ ਕੋਲ ਗੱਡੀਆਂ ਵੀ 2-3 ਸੀਗੀਆਂ ਤੇ ਉਹਨੇ ਟੈਗ ਕੀਤਾ, ਹਰ ਗੱਡੀ ਦਾ ਨੰਬਰ 25 ਨੰਬਰ ਗੱਡੀ ਯੂਜ਼ ਕਰਦਾ ਸੀਗਾ ਤੇ ਉਹਨੂੰ ਲੱਗਾ ਕਿ ਇਹ ਸਾਮੀ ਵੱਡੀ ਹੋ ਸਕਦੀ ਹੈ, ਕਦੀ ਥਾਰ ਤੇ ਆਉਂਦਾ ਸੀ, ਕਦੀ ਆਪਣੀ ਪੁਰਾਣੀ ਮਰਸੀਡੀਜ਼ ਸੀ ਇਹਦੇ ਕੋਲ, ਤੇ 25 ਕਰਕੇ ਉਹਨਾਂ ਨੇ ਇਹਨੂੰ ਟਾਰਗੇਟ ਬਣਾ ਲਿਆ। ਦਿਸ ਵਾਸ ਦ ਰੀਜ਼ਨ। ਇਸ ਤਰ੍ਹਾਂ ਇੱਕ ਕਈ ਕੇਸਿਸ ਇਸ ਤਰ੍ਹਾਂ ਦੇ ਦੇਖੇ ਗਏ ਨੇ ਕਿ ਵੱਡੇ ਜਿਹੜੇ ਕਾਰੋਬਾਰੀ ਦੇ ਰਸੂਖਦਾਰ ਨੇ ਜਾਂ ਫਿਰ ਵੱਡੇ ਜਿਹੜੇ ਹੈਗੇ ਉਹਨਾਂ ਨੂੰ ਇਸ ਤਰ੍ਹਾਂ ਦੀ ਕਾਲ ਜਿਹੜੀ ਫੈਟ ਕਾਲਸ ਆਉਂਦੀ। ਹਾਲਾਂਕਿ ਤੁਸੀਂ ਵੀ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਚੀਜ਼ਾਂ ਆਏ ਜਾਂ ਫਿਰ ਕਾਲਸ ਆਏ ਜਾਂ ਫਿਰ ਵਿਦੇਸ਼ੀ ਨੰਬਰਾਂ ਤੋਂ ਕਾਲਸ ਆਏ ਉਹਨਾਂ ਨੂੰ ਤੁਸੀਂ ਜਲਦ ਤੋਂ ਜਲਦ ਕਰਾਓ। ਲੇਕਿਨ ਇਹ ਕਈ ਵਾਰ ਹੁੰਦਾ ਹੈ ਕਿ ਲੋਕੀ ਕਈ ਵਾਰ ਡਰ ਕੇ ਨਹੀਂ ਦੱਸਦੇ ਜਾਂ ਇਸ ਤਰ੍ਹਾਂ ਦਾ ਜਿਹੜੇ ਕੋਈ ਹੋ ਰਹੇ ਲਾਅ ਐਂਡ ਆਰਡਰ ਜਿਹੜਾ ਹੈਗਾ ਸਿਚੁਏਸ਼ਨ ਜਿਹੜੀ ਪੰਜਾਬ 'ਚ ਚੱਲ ਰਹੀ ਹੈ ਯੂ ਨੋ ਬੈਟਰ, ਤਾਂ ਕਿਤੇ ਨਾ ਕਿਤੇ ਡਰ ਦਾ ਮਾਹੌਲ ਵੀ ਜ਼ਰੂਰ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ। ਦੇਖੋ ਅਸੀਂ ਮੈਂ ਕਹਿੰਦਾ ਅਪੀਲ ਕਰਦਾ ਵੀ ਲੋਕਾਂ ਦੇ ਨਾਲ ਅਸੀਂ ਮਿਲ ਕੇ ਇਸ ਮਾਹੌਲ ਨੂੰ ਸੁਖਾਵਾਂ ਬਣਾਵਾਂਗੇ ਕਿ ਪੀਪਲ ਸ਼ੁੱਡ ਹੈਵ ਦਾ ਕੌਨਫੀਡੈਂਸ ਟੂ ਕਮ ਇਨ ਰਿਪੋਰਟ। ਹਰ ਕੇਸ ਦੇ ਵਿੱਚ ਅਸੀਂ ਐਕਸ਼ਨ ਲਾਂਗੇ ਤੇ ਜਿਹੜਾ ਬੰਦਾ ਵੀ ਕਾਲ ਕਰਦਾ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਗੌਰਵ ਕਿੰਨੀਆਂ ਕੌਣ ਆ ਗਿਆ ਹੁਣ ਤੱਕ? ਗੌਰਵ ਪਿਸਟਲ ਕਵਰ ਕਾਫੀ ਕਰ ਰਹੇ ਹੋ, ਟੀਮ ਚ ਕਰਦੇ ਵੀ ਆ ਰਹੇ ਹੋ, ਇਹ ਕੀ ਕਾਰਨ ਹੈ ਕਿ ਜਿਹੜਾ ਇਹਨਾਂ ਨੂੰ ਈਜ਼ੀ ਅਪਰੋਚ ਹੋ ਰਹੀ ਹੈ, ਜਿਹੜੇ ਇਲੀਗਲ ਵੈਪਨ ਦੇ ਕੋਲ ਜਾਣਾ, ਕੀ ਜਿਹੜੀ ਮਾਰਕੀਟ ਇਦਾਂ ਦੀ ਹੈ ਕਿ ਜਿਹਨੂੰ ਜੇ ਨਵੇਂ ਗਿਆ ਜਾਂ ਇਨੋਕਲ ਵੈਪਨ ਵੀ ਜਾਂ ਜਿਹੜੇ ਕੋਈ ਨਹੀਂ ਆਉਂਦਾ ਈਜ਼ੀ ਵੈਪਨ ਤੋਂ ਰੀਚ ਹੈਗੀ ਨਾ, ਕਿਉਂ ਕਿੱਦਾਂ ਹੋ ਰਿਹਾ? ਦੇਖੋ ਜੀ ਬੇਸਿਕਲੀ ਦੋ ਰੀਜ਼ਨਸ ਹੈਗੇ। ਇੱਕ ਤੇ ਜਿਵੇਂ ਅਸੀਂ ਗੱਲ ਕਰੀਏ 2019 ਦੇ ਵਿੱਚ ਜਦੋਂ ਡਰੋਨਸ ਸ਼ੁਰੂ ਹੋਏ ਸੀਗੇ ਤੇ 3-4 ਦਿਨਾਂ 'ਚ 5 ਦਿਨਾਂ ਬਾਅਦ ਇੱਕ ਡਰੋਨ ਆਉਂਦਾ ਸੀ। ਹੁਣ ਤਕਰੀਬਨ ਹਰ ਦਿਨ ਇੱਕ ਡਰੋਨ ਆਉਂਦਾ ਹੈ। ਇਸ ਸਾਲ ਹੀ 250 ਤੋਂ ਵੱਧ ਡਰੋਨ ਕ੍ਰਾਸਿੰਗਸ ਹੋਈਆਂ। ਇੱਕ ਪਾਕਿਸਤਾਨ ਤੋਂ ਜਿਹੜੇ ਵੈਪਨਸ ਆਉਂਦੇ ਨਾਰਮਲੀ ਦੇ ਗੋ ਟੂ ਟੈਰਰਿਸਟ ਜਾਂ ਜਿਹੜੇ ਗੈਂਗਸਟਰਸ ਹੈਗੇ ਜਿਹੜੇ ਟੈਰਰਿਜ਼ਮ ਦੇ ਵਿੱਚ ਹੈਗੇ, ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮ ਹੈ। ਮੋਸਟਲੀ ਮੱਧ ਪ੍ਰਦੇਸ਼ ਹੈਜ਼ ਬੀਨ ਅ ਬਿਗ ਸੈਂਟਰ। ਅਸੀਂ 80 ਵੈਪਨ ਰਿਕਵਰ ਕੀਤੇ, ਕਿਤੇ 60 ਵੈਪਨ ਰਿਕਵਰ ਕੀਤੇ ਤੇ ਇਲੀਗਲ ਵੈਪਨ ਜਿਹੜੇ ਇੰਡੀਆ ਦੇ ਵਿੱਚ ਬਣ ਰਹੇ ਉਹ ਵੀ ਯੂਜ਼ ਹੁੰਦੇ ਆ। ਈਵਨ ਲਾਇਸੈਂਸ ਵੈਪਨਸ ਆਰ ਬੀਇੰਗ ਯੂਜ਼ਡ। What is the development in Taran? डेवलपमेंट हुई तरन दा सरहाली थाने की डेवलपमेंट किसी तरह की कोई? How many arrested and who is the mastermind? In this, there have been 3 arrests: Pushkaran, Kamaldeep, and Manga. The mastermind is RPG RPG attack ਦੇ ਵਿੱਚ I would मतलब ਉਹਨਾਂ ਛੇਤੀ ਮਿਲਣ ਦਾ ਮੌਕਾ ਮਿਲੂਗਾ। ਅਜੇ ਤੱਕ ਸਭ ਕੀ ਡਿਵੈਲਪਮੈਂਟ ਹੈ ਉਸ ਵਿੱਚ ਥੋੜੀ ਜਿਹੀ ਆਪਾਂ ਥੋੜਾ ਕੀ ਮਿਲ ਜੇ ਥੋੜਾ ਬਹੁਤ ਅਚੀਵਮੈਂਟ ਤੁਸੀਂ ਬੜੇ ਦਿਨਾਂ ਚ ਫੜਦੇ ਹੋ, ਪਰ ਲੇਕਿਨ ਇਹਦਾ ਸਭ ਚੱਲਦੇ ਰਹੇ। point ਆਰਪੀਜੀ ਦੇ ਟੈਗ ਜਿਹੜਾ ਹੋਇਆ ਆਰਪੀਜੀ ਟੈਗ ਸਰ, ਤੁਸੀਂ ਇਹਨੂੰ ਜਿਹੜੇ ਬੰਦੇ ਨੂੰ ਆਪਕੇ ਮਾਸਟਰਮਾਈਂਡ ਕਿਹੜਾ ਹੈ? ਇਹ ਦੱਸ ਸਕਦੇ ਹੋ ਜੀ। ਦੇਖੋ ਮੇਰੀ ਜਿਹੜੀ ਹੋਰ ਸਰਹਾਲੀ ਵੀ ਆਰਪੀਜੀ ਹੈਗੇ ਨੇ। ਮੈਨੂੰ ਉਹਨਾਂ ਦਾ ਬਾਰੇ ਮੈਂ ਦੁਬਾਰਾ ਤੁਹਾਨੂੰ ਲੈ ਕੇ ਜਾਵਾਂਗਾ। ਜਿਹੜੀ ਮੇਰੀ ਸਰਹਾਲੀ ਪ੍ਰੈਸ ਕਾਨਫਰੰਸ ਹੋਈ ਸੀ ਉਸ ਦੇ ਵਿੱਚ ਮੈਂ 2 ਗੱਲਾਂ ਕਹੀਆਂ ਸੀ। ਅਸੀਂ ਜਦੋਂ ਨਾ ਸਾਡੇ ਐਕਰੋਨਿਮਸ ਹੁੰਦੇ, ਮੈਂ 2 ਐਕਰੋਨਿਮ ਯੂਜ਼ ਕੀਤੇ ਸੀ ਕਿ PIO ਐਂਡ PKEs। PIO ਹੁੰਦਾ ਜੀ ਪਾਕਿਸਤਾਨ ਇੰਟੈਲੀਜੈਂਸ ਅਫਸਰ ਨੂੰ ਅਸੀਂ PIO ਕਹਿੰਦੇ ਆ, ਜਿਹੜੇ ਪਾਕਿਸਤਾਨ 'ਚ ਬਹਿ ਕੇ ਜਿਹੜੇ ਹੈਗੇ ਅੱਗੇ ਕੰਟਰੋਲ ਕਰਦੇ ਆ, ਜਿਹੜੇ ਮੋਡਿਊਲ ਯੂਰਪ 'ਚ ਨਾਰਥ ਅਮਰੀਕਾ 'ਚ ਬੈਠੇ ਉਹਨਾਂ ਨੂੰ ਅਸੀਂ PKE ਕਹਿੰਦੇ ਆ, ਪ੍ਰੋ ਖਾਲਿਸਤਾਨੀ ਐਲੀਮੈਂਟਸ। ਸੋ ਪ੍ਰੋ ਖਾਲਿਸਤਾਨੀ ਐਲੀਮੈਂਟਸ ਉਹ ਆਪਾਂ ਹੈਂਡਲਰ ਕਹਿ ਦਿੰਦੇ ਕਾਮਨ ਟਰਮੀਨੋਲੋਜੀ 'ਚ, ਕਿ ਉਹਨਾਂ ਨੂੰ ਆਰਡਰ ਆਉਂਦਾ ਪਾਕਿਸਤਾਨ ਤੋਂ। ਉਹ ਪੂਰੇ ਜਿਹੜੇ ਮੋਡਿਊਲ ਆਪਰੇਟਰ ਜਿਹੜੇ ਇੱਥੇ ਹੈਗੇ ਯੰਗ ਪੀਪਲ ਮਿਸਗਾਈਡਡ ਜਾਂ ਇਹਨਾਂ ਨੂੰ ਪੈਸਿਆਂ ਦਾ ਪ੍ਰਲੋਭਨ ਦੇ ਕੇ ਉਹਨਾਂ ਤੋਂ ਇਹ ਆਪਰੇਸ਼ਨ ਕਰਾਉਂਦੇ ਆ। ਜਿਹੜਾ ਹਾਰਡਵੇਅਰ ਹੈਗਾ ਉਹ ਇੰਟਰਨੈਸ਼ਨਲ ਬਾਰਡਰ ਤੋਂ ਆ ਜਾਂਦਾ ਤੇ ਉਸ ਤੇ ਸਾਡੀ ਕਾਫੀ ਪ੍ਰੋਗਰੈਸ ਹੋਈ ਹੈ, ਬਟ ਇਨਵੈਸਟੀਗੇਸ਼ਨ ਐਡਵਾਂਸ ਸਟੇਜ ਤੇ। ਸੋ ਛੇਤੀ ਅਸੀਂ ਤੁਹਾਡੇ ਨਾਲ more people detained with the role providing logistics and bike. And is the mastermind identified? Who is the mastermind behind this? Either Pakistan or in Canada? Mastermind is identified, but I cannot speak on that. Sir, if you can reveal the country, national security, मैं उस पे sir, एक मौका तो ਆਰਪੀਜੀ ਸਾਰੇ ਦੇਖੋ, ਇਹ ਉਹਨਾਂ ਟਾਰਗੇਟ ਦੇਖੋ ਚੁਣਿਆ ਕਿਉਂ ਤੋਕੇ ਦੇਖੋ ਕਿੱਥੇ ਆਪਣਾ ਮਾਲੀ ਇਹ ਤੁਸੀਂ ਤਰਨਤਾਰਨ ਚਲੇ ਗਏ ਫਿਰ ਬਾਰ-ਬਾਰ ਆ ਰਹੀ ਆਰਪੀਜੀ ਕਿਉਂਕਿ 1 ਟਾਈਮ ਤੁਸੀਂ ਯੂਜ਼ ਕਰੋ ਪੜਦੇ ਪਿਆ ਸੋਸ਼ਲ ਮੀਡੀਆ ਤੇ 1 ਟਾਈਮ ਯੂਜ਼ ਹੁੰਦਾ ਸਰ। ਕੌਣ ਇੱਕ ਕਿਦਾਂ ਦੀ ਵੈਪਨ ਉਹ 3 ਨੇ 4 ਹੈ ਕਿਉਂਕਿ ਪਹਿਲਾਂ ਕਹਿੰਦੀ 4-5 ਅਵੇਲੇਬਲ ਨੇ ਜੋ ਆ ਚੁੱਕੇ ਨੇ, ਹੁਣ ਤੇ ਯੂਜ਼ ਹੋ ਗਿਆ 2 ਹੋ ਗਏ ਸਰ। ਇਦਾਂ ਦੇ ਹੋਰ ਵੀ ਜਿਹੜੇ ਪੱਕੇ ਹੈਗੇ ਨੇ ਕਿ ਬਾਕੀ 4 ਨੇ 5 ਨੇ ਜਾਂ ਕੁਝ ਸਰ ਗਵਰਨਮੈਂਟ ਦੇ ਬਿਲਡਿੰਗਾਂ ਨੂੰ ਇਸਤੇਮਾਲ ਕਰਦੇ ਸੀ। ਦੇਖੋ ਜੀ ਮੈਂ ਤੇ ਕਿਹਾ ਸੀਗਾ ਕਿ ਗੁਜਰੀ ਹੈਗੀ, ਤੁਸੀਂ ਅੱਧੀ ਰਾਤ ਨੂੰ ਲੁੱਕ ਕੇ
ਲੋਕਾਂ ਆਰਪੀਜੀ ਸਾਹਮਣੇ ਤੇ ਆਉਣਾ ਜੀ। ਸਰ ਇੱਕ DGP ਸਾਹਿਬ, ਇੱਕ ਮੋਗਾ ਤੋਂ ਸੀਸੀਟੀਵੀ ਆ ਰਹੀ ਹੈ ਸਾਹਮਣੇ, ਉੱਤੇ ਇੱਕ ਵਪਾਰੀ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ, ਐਕਸਟੋਰਸ਼ਨ ਮੰਗੀ ਜਾਂਦੀ ਹੈ ਉਹ ਤੋਂ। ਉਸ ਤੋਂ ਬਾਅਦ ਉਹ ਸੀਸੀਟੀਵੀ ਦੇ ਵਿੱਚ ਬਲੈਰੋ ਗੱਡੀ ਪੁਲਿਸ ਦੀ ਖੜੀ ਹੈ, ਇੱਕ ਸਿਕਿਉਰਿਟੀ ਗਾਰਡ ਵੀ ਗਨਮੈਨ ਵੀ ਖੜਾ ਹੈਗਾ, ਪਰ ਸ਼ੂਟਰ ਆਉਂਦੇ ਨੇ, ਨਾਲੇ ਉਹ ਖੜਾ ਸਿਕਿਉਰਿਟੀ ਗਾਰਡ, ਪਰ ਉਹ ਸ਼ੂਟਰ ਆਉਂਦੇ ਨੇ ਤੇ ਫਾਇਰ ਕਰਕੇ ਕੋਠੀ ਦੇ ਉੱਪਰ ਉਹ ਚਲੇ ਜਾਂਦੇ ਨੇ ਤੇ ਕੋਈ ਵੀ ਐਫਰਟ ਨਹੀਂ ਲਈ ਜਾਂਦੀ। ਤਾਂ ਤੁਹਾਨੂੰ ਕੀ ਲੱਗਦਾ ਪ੍ਰੋਐਕਟਿਵ ਨਹੀਂ ਹੋਣਾ ਚਾਹੀਦਾ ਜਿਸ ਹਿਸਾਬ ਨਾਲ ਇਹਨੇ ਮੋਡਰੇਟਡ ਬਿਲਕੁਲ ਠੀਕ ਹੈ ਜੀ, ਸਾਨੂੰ ਪ੍ਰੋਐਕਟਿਵ ਸਾਡੀ ਇਹੀ ਕੋਸ਼ਿਸ਼ ਹੈ ਰੈਦਰ ਨਾ ਜੀ, ਅਸੀਂ ਰੈਦਰ ਦੈਨ ਬੀਇੰਗ ਐਫਰਟਲੈਸ ਤਾਂ ਕੁਛ ਤਾਂ ਭੱਜਿਆ ਵੀ ਨਹੀਂ ਉਹ ਬੰਦਾ। ਮਤਲਬ ਗਨਮੈਨ ਨੇ ਕੋਈ ਇਹ ਵੀ ਨਹੀਂ ਕੀਤਾ ਕਿ ਕੁਛ ਦੇਖ ਕੇ ਕੋਈ ਭੱਜੇ ਜਾਂ ਕੋਈ ਹਵਾਈ ਫਾਇਰਿੰਗ ਕਰਦੇ, ਕੁਛ ਨਹੀਂ, ਉਹ ਨਾਰਮਲ ਖੜਾ ਹੈ ਤੇ ਉਵੇਂ ਹੀ ਫਾਇਰ ਮਾਰ ਕੇ ਚਲੇ ਗਿਆ। ਕਾਰਵਾਈ ਨਹੀਂ ਹੋਈ ਕੋਈ। ਦੇਖੋ ਜੀ, ਸਿਕਿਉਰਿਟੀ ਮੈਟਰਸ ਨੂੰ ਅਸੀਂ ਪਬਲਿਸਾਈਜ਼ ਨਹੀਂ ਕਰਦੇ, ਅਦਰਵਾਈਜ਼ ਅਸੀਂ ਬਹੁਤ ਵੱਡੀ ਐਕਸਰਸਾਈਜ਼ ਕੀਤੀ ਹੈ ਪਿਛਲੇ 2 ਮਹੀਨਿਆਂ ਦੇ ਵਿੱਚ ਕਿ ਅਸੀਂ ਇੱਕ ਤੇ ਜਿਹੜੇ ਸਿਕਿਉਰਿਟੀ ਡਿਊਟੀ ਤੇ ਮੁਲਾਜ਼ਮ ਸਾਡੇ ਲੱਗੇ ਹੈ ਇਹਨਾਂ ਦੀ ਏਜ ਪ੍ਰੋਫਾਈਲ ਘਟਾਉਣ ਲਈ ਅਸੀਂ ਜਿਹੜੀ ਯੰਗਰ ਸਾਡੀ ਫੋਰਸ ਹੈਗੀ ਅਸੀਂ ਰੋਟੇਸ਼ਨ ਕਾਫੀ ਕੀਤੀ ਹੈ। ਸੈਕੰਡਲੀ ਅਸੀਂ ਸਾਰਿਆਂ ਦੀ 100% ਦੀ ਫਾਇਰਿੰਗ ਕਰਾ ਰਹੇ ਹੈਗੇ, ਫਾਇਰਿੰਗ ਪ੍ਰੈਕਟਿਸ ਕਰਾ ਰਹੇ ਹੈਗੇ, ਇਹਨਾਂ ਦੇ ਵੈਪਨਸ ਦੀ ਇਨਸਪੈਕਸ਼ਨ ਕਰਾ ਕੇ ਵੈਪਨਸ ਅਸੀਂ ਰਿਪਲੇਸ ਕਰ ਰਹੇ ਹੈਗੇ ਤੇ ਕਾਫੀ ਇੰਪਰੂਵਮੈਂਟ ਹੋਈ ਹੈਗੀ। ਤੇ ਜਿੱਥੇ ਵੀ ਸਾਨੂੰ ਵੀਕਨੈਸ ਲੱਗਦੀ ਅਸੀਂ ਕਾਰਵਾਈ ਕਰਾਂਗੇ। ਦੇਖੋ ਜਿੱਥੇ ਉਹਦੇ ਕੋਲ ਚੰਗਾ ਕੰਮ ਮਨਦੀਪ ਨੇ ਚੰਗਾ ਕੰਮ ਕੀਤਾ, ਬਹੁਤ ਦਿਲੇਰੀ ਨਾਲ ਇਹਨੇ ਮੁਕਾਬਲਾ ਕੀਤਾ। ਫੜਿਆ ਗਿਆ ਕੀ ਸਟੇਟਸ ਹੈ ਉਸਦਾ ਕਿ ਨੋ ਕਮੈਂਟ ਔਨ ਗੋਲਡੀ ਬਰਾੜ। DGP ਸਾਹਿਬ ਤੇ ਪੁਲਿਸ ਨੇ ਸਰ ਅੰਮ੍ਰਿਤਪਾਲ ਹੋਰਾਂ ਦੇ ਉੱਤੇ ਜੋ ਜਲੰਧਰ ਚ ਗੁਰਦੁਆਰਾ ਸਾਹਿਬ ਦੇ ਵਿੱਚ ਤੋੜਫੋੜ ਹੋਈ ਹੈ ਕੁਰਸੀਆਂ ਦੀ, ਔਰ ਅੱਜ ਕੁਝ ਉੱਥੇ ਹੋਰ ਇੰਸੀਡੈਂਟਸ ਹੋਏ ਨੇ, ਕਾਰਵਾਈ ਹੋਈ FIR ਵਗੈਰਾ ਜੀ? ਇੱਕ ਮਿੰਟ ਸਰ, ਅੰਮ੍ਰਿਤਪਾਲ ਇਸ਼ੂ ਨੂੰ ਲੈ ਕੇ ਕਿਸ ਤਰ੍ਹਾਂ ਵੇਖਦੇ ਹੋ? ਕਿਉਂਕਿ ਹੁਣ ਜਿਹੜਾ ਗੁਰਦੁਆਰਾ ਸਾਹਿਬ ਤੇ ਜਿਹੜੀ ਵੀ ਚੀਜ਼ਾਂ ਹੋਈਆਂ ਤੇ ਤੁਸੀਂ ਹੁਣ ਕਿਸ ਤਰ੍ਹਾਂ ਦੇਖਦੇ ਹੋ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਵੇਖਦੇ ਹੋਏ? ਕਿਤੇ ਨਾ ਕਿਤੇ ਕੰਪਲੇਂਟਸ ਵੀ ਹੋਈ ਹੈ ਕਿ ਗੁਰਦੁਆਰੇ ਸਾਹਿਬ ਦੀ ਜਿਹੜੀ ਵੀ ਬੈਂਚਿਸ ਨੇ, ਜਿਹੜੀ ਕੁਰਸੀਆਂ ਨੇ, ਉਹਨਾਂ ਨੂੰ ਜਲਾ ਕੇ। ਦੇਖੋ ਜੀ, ਮੈਂ ਪਹਿਲੇ ਵੀ ਮੇਰਾ ਇਹੀ ਬੜਾ ਕਲੀਅਰ ਵਿਊ ਸੀ ਕਿ ਮੈਂ ਮਾਈਕਰੋ ਪੋਲਿਸਿੰਗ ਨਹੀਂ ਕਰਦਾ। ਸਾਡੇ ਵੱਲੋਂ ਉਹ ਸਰ ਭਾਜੀ ਪਲੀਜ਼ ਮਾਈਕਰੋ ਸਾਹਿਬ ਬੋਲਣ ਦੋ ਨਾ ਜੀ ਪਲੀਜ਼। ਮਾਈਕਰੋ ਪੋਲਿਸਿੰਗ ਨਹੀਂ ਕਰਨੀ ਕਿ ਜੇ ਉਹ ਮਤਲਬ ਸਾਡੇ ਇੱਕ ਪੁਰਾਣੇ ਡੀਜੀਪੀ ਸਾਹਿਬ ਸੀ ਕਹਿੰਦੇ ਵੀ ਪੰਜਾਬ 'ਚ 400 ਥਾਣੇ ਹੈਗੇ ਤੇ ਮੈਂ 400 ਥਾਣਿਆਂ ਦਾ SHO ਹੈਗਾ। ਸੋ ਸਾਡੇ ਵੱਲੋਂ ਪਾਲਿਸੀ ਡਾਇਰੈਕਸ਼ਨਸ ਆਰ ਵੈਰੀ ਕਲੀਅਰ ਕਿ ਜਿੱਥੇ ਲਾਅ ਦੀ ਵਾਇਲੇਸ਼ਨ ਹੁੰਦੀ ਹੈ ਉੱਥੇ ਐਪਰੋਪ੍ਰੀਏਟ ਐਕਸ਼ਨ ਕਿਹਾ ਜਾਵੇ। ਹੁਣ ਇਸ ਕੇਸ ਦੇ ਵਿੱਚ ਜੇ CP ਜਲੰਧਰ ਨੂੰ ਐਪਲੀਕੇਸ਼ਨ ਦਿੱਤੀ ਗਈ ਹੈ, CP ਜਲੰਧਰ ਵਿਲ ਟੇਕ ਐਪਰੋਪ੍ਰੀਏਟ ਲੀਗਲ ਐਕਸ਼ਨ। ਅੱਜ ਵੀ ਇੱਕ ਇਨਸੀਡੈਂਟ ਹੋਇਆ, ਉਹਦੇ ਤੇ ਵੀ ਵਾਟਐਵਰ ਐਕਸ਼ਨ ਇਜ਼ ਮੇਡ ਆਊਟ ਐਸ ਪਰ ਲਾਅ। ਅਸੀਂ ਕਿਸੇ ਦੇ ਅਗੇਂਸਟ ਨਹੀਂ ਹੈਗੇ, ਅਸੀਂ ਕਿਸੇ ਦੇ ਫੇਵਰ 'ਚ ਨਹੀਂ ਹੈਗੇ, ਸਾਡਾ ਕੰਮ ਹੈਗਾ ਲਾਅ ਨੂੰ ਐਨਫੋਰਸ। ਸਰ ਤੁਸੀਂ ਬੜਾ ਕਲੀਅਰ ਕਿਹਾ ਕਿ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਮੇਨਟੇਨ ਕੀਤਾ ਜਾਏਗਾ, ਜੋ ਵੀ ਲਾਅ ਐਂਡ ਆਰਡਰ ਕੋਈ ਬ੍ਰੇਕ ਕਰਦਾ ਹੈ ਉਹਦੇ ਖਿਲਾਫ ਕਾਰਵਾਈ ਹੋਵੇਗੀ। ਐਸ ਪਰ ਲਾਅ ਵੀ ਵਿਲ ਟੇਕ ਐਕਸ਼ਨ। ਸਰ RPG ਅਟੈਕ ਤੁਹਾਨੂੰ ਲੱਗਦਾ ਕਿ ਰਿੰਦਾ ਦੀ ਐਗਜ਼ਿਸਟੈਂਸ ਦਿਖਾਉਣ ਦੇ ਲਈ ਜਾਂ ਕੁਝ ਐਦਾਂ ਕੋਈ ਲੰਡਾ ਰੀਕੇ ਦਾ ਇਹਨਾਂ ਦਾ ਕੋਈ ਮੋਡਿਊਲ ਦਾ ਇਨਵੋਲਵਮੈਂਟ ਜੋ ਤਰਨਤਾਰਨ ਹੋਇਆ? ਦੇਖੋ ਜੀ, ਇਹ ਸਾਰੇ ਰਿੰਦਾ ਬਾਰੇ ਕੋਈ ਸਾਨੂੰ ਅਥੈਂਟਿਕ ਇਨਪੁਟ ਨਹੀਂ ਆਈ ਸੀ। ਮੀਡੀਆ ਦੇ ਵਿੱਚ ਵੀ ਮੈਂ ਇਹੀ ਗੱਲ ਕਹੀ ਸੀ ਕਿ ਮੀਡੀਆ ਦੀ ਰਿਪੋਰਟਾਂ ਹੀ ਕਾਫੀ ਸੀਗੀਆਂ, ਬਟ ਵੀ ਡੋਂਟ ਹੈਵ ਐਨੀ ਆਫੀਸ਼ੀਅਲ ਕਨਫਰਮੇਸ਼ਨ। सर ये कहा जा रहा है डीजीपी साहब एक जो पंजाब के जो ਡੀਜੀ ਸਾਹਿਬ ਤੁਹਾਡੇ ਜਲੰਧਰ ਦੀ ਵੀਡੀਓ ਵਾਇਰਲ ਹੋਈ ਹੈ, ਤੁਹਾਡੇ DCP ਇੱਕ ਹਾਈਵੇ ਤੇ ਜਿਹੜੇ ਅਸੀਂ ਸਾਰੇ ਥਾਣਿਆਂ ਦੀ DGP ਸਾਹਿਬ ਤੁਹਾਡੇ ਸਿਕਿਉਰਿਟੀ ਆਡਿਟ ਕਰਾ ਕੇ ਸਰ ਜਿਹਨਾਂ ਦੀ ਸਿਕਿਉਰਿਟੀ ਨੂੰ ਐਪਰੋਪ੍ਰੀਏਟਲੀ ਅਸੀਂ ਟਾਈਟਨ ਕਰਾਂਗੇ। ਜਿੱਥੇ CCTV ਲਵਾਉਣੀ ਹੈ, ਜਿੱਥੇ ਅਸੀਂ ਹਾਰਡਨ ਸਿਕਿਉਰਿਟੀ ਕਰਨੀ ਹੈ, ਜਿੱਥੇ ਅਸੀਂ ਕਈ ਥਾਵਾਂ ਤੇ ਡਿਪਲੋਇਮੈਂਟ ਵਧਾਈ ਹੈ, ਤੇ ਬਾਉਂਡਰੀ ਵਾਲ ਕਿਤੇ ਨਹੀਂ ਹੈ ਕਿ ਬਾਉਂਡਰੀ ਵਾਲ ਬਣਵਾ ਕੇ ਉਹਦੀ ਹਾਈਟ ਇੰਕਰੀਜ਼ ਕਰੀ ਜਾ ਰਹੀ ਹੈ, ਜਿੱਥੇ ਡਰੈਗਨ ਲਾਈਟਾਂ ਦੀ ਲੋੜ ਹੈਗੀ ਡਰੈਗਨ ਲਾਈਟਾਂ ਸਾਰੇ SSPs ਨੂੰ ਟਾਸਕ ਦਿੱਤਾ ਹੈ ਕਿ ਆਫੀਸਰਸ ਦੀ ਡਿਊਟੀ ਲਾ ਕੇ ਸਰ ਅੰਮ੍ਰਿਤਸਰ ਦੇ ਵਿੱਚ NRI ਦੀ ਫੈਮਿਲੀ NRI ਦੀ ਵੈਡਿੰਗ ਦੇ ਦੌਰਾਨ ਜਿਹੜੀ ਫਾਇਰਿੰਗ ਹੋਈ ਸੀ, ਫੈਮਿਲੀ ਐਲੀਗੇਸ਼ਨਸ ਲਗਾ ਰਹੀ ਹੈ ਕਿ ਪੁਲਿਸ ਵੱਲੋਂ ਉਸ ਮਾਮਲੇ ਦੇ ਵਿੱਚ ਕਾਰਵਾਈ ਨਹੀਂ ਕੀਤੀ ਗਈ, ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਨੂੰ, ਜਸਟਿਸ ਨੇ ਮਿਲਦਾ ਉਸ ਮਾਮਲੇ 'ਚ ਐਕਚੁਅਲੀ ਗੱਲ ਕੀ ਹੈਗੀ, ਜਿਹੜਾ ਅਸੀਂ ਵੀ ਆਰ ਟੇਕਿੰਗ ਅਗੇਨ ਮੈਰਿਟ ਬੇਸਡ ਵਿਊ ਇਨ ਦਿਸ ਕਿ ਦੋਵੇਂ ਪਾਸੇ ਫਾਇਰਿੰਗ ਹੋਈ ਸੀ। ਹੁਣ ਜਿਹੜੀ ਹੈ NRI ਫੈਮਿਲੀ ਹੈ, ਜਿਹੜਾ ਇਹਨਾਂ ਦਾ ਬਿਆਨ ਦਰਜ ਹੋਇਆ ਹੈ, ਇਸ ਦੇ ਉੱਪਰ 13 ਗ੍ਰਿਫਤਾਰੀਆਂ ਹੋਈਆਂ ਸੀ। ਸੋ ਆਲ ਦਾ ਅਕਿਊਜ਼ਡ ਨੇਮਡ ਇਨ ਦੀ FIR ਹੈਵ ਬੀਨ ਅਰੈਸਟਡ। ਇਹਨਾਂ ਤੇ ਕ੍ਰਾਸ FIR ਬਣ ਗਈ ਹੈ ਕਿਉਂਕਿ ਇਹਨਾਂ ਨੇ ਫਾਇਰਿੰਗ ਕੀਤੀ। ਸੋ ਇਹਨਾਂ ਦੀ ਪਲੀ ਹੈਗੀ ਕਿ ਅਸੀਂ ਸੈਲਫ ਡਿਫੈਂਸ 'ਚ ਫਾਇਰ ਕੀਤੀ। ਤਾਂ CP ਅੰਮ੍ਰਿਤਸਰ ਇਜ਼ ਸੀਜ਼ਡ ਆਫ ਦਾ ਮੈਟਰ ਤੇ ਐਪਰੋਪ੍ਰੀਏਟ ਜੋ ਫੈਕਟਸ ਤੇ ਮੈਰਿਟ ਤੇ ਜੋ ਬਣਦਾ ਹੈਗਾ ਉਹ ਕਾਰਵਾਈ ਕੀਤੀ ਜਾਵੇ। ਸਰ ਮਿਸਿੰਗ ਹੈ ਸਰ, ਇਹ ਕਹਾ ਜਾ ਰਿਹਾ ਹੈ ਲੱਗੇ ਕਿ ਸਰ ਬਾਰ-ਬਾਰ ਕਿਉਂਕਿ ਇੱਕ ਮੀਡੀਆ ਉਸਲਾਂਦਾ ਹੈ ਕਿ ਉਹ ਡਿਟੇਨ ਕਰ ਲਿਆ, ਦੂਜਾ ਕਹਿੰਦਾ ਨਹੀਂ ਕੀਤਾ। ਸਰ ਬਹੁਤ ਕੁਝ ਹੈ ਸਰ, ਅਸਲ ਪਿਕਚਰ ਕੀ ਹੈ? ਡਿਟੇਨ ਕੀਤਾ ਹੈ ਜਾਂ ਉਹਦਾ ਹਾਲਾਤ ਕੀ ਨੇ, ਕਿਉਂਕਿ ਉਹਨੂੰ ਰੱਖਿਆ ਹੈ ਛੇਤੀ ਜੀ ਸਟੇਟਸ ਕਲੀਅਰ ਹੋ ਜਾਊਗਾ। ਦੇਖੋ ਸਿੰਸ ਵੀ ਆਰ ਡੀਲਿੰਗ ਵਿਦ ਅ ਫੋਰਨ ਕੰਟਰੀ, ਸੋ ਮੈਂ ਇਸ ਤੇ ਕਮੈਂਟ ਨਹੀਂ ਕਰਦਾ। drone module you have done a joint operation with BSF. How many weapons and what is the modus operandi for smuggling the weapon? Drone are being used or there is some other method are being used by? The drones are being primarily being used ਕਿਉਂਕਿ drone ਦੇ ਵਿੱਚ payload ਘੱਟ ਹੁੰਦਾ ਹੈ।
ਸੋ ਮੋਸਟਲੀ ਜਿਹੜੇ ਵੈਪਨਸ ਜਾਂ ਐਕਸਪਲੋਸਿਵਸ ਹੈਗੇ ਉਹ ਡਰੋਨਸ ਦੇ ਥਰੂ ਆਉਂਦੇ ਆ। ਰਿਵਰਾਈਨ ਬਾਰਡਰ ਤੋਂ ਹਜੇ ਵੀ ਸਮਗਲਿੰਗ, ਕਿਉਂਕਿ ਜੇ ਹੈਰੋਇਨ ਆਉਂਦੀ ਹੈ ਉਹਦੀ ਖੇਪ ਵੱਡੀ ਨਹੀਂ ਹੋ ਸਕਦੀ ਕਿ ਡਰੋਨਸ ਤੋਂ ਜਿਹੜੀ ਆਉਂਦੀ ਡੀਸੀਪੀ ਜਲੰਧਰ ਨੇ ਬਹੁਤ ਗਾਲਾਂ ਕੱਢਦੇ ਨੇ ਔਰ ਸ਼ਰੇਆਮ ਗਾਲਾਂ ਕੱਢ ਰਹੇ ਨੇ ਡਿਸਪਲਿਨ ਫੋਰਸ ਦੇ ਵਿੱਚ। ਡੀਸੀਪੀ ਕੋਲ ਇਦਾਂ ਗਾਲਾਂ ਕੱਢਣੀਆਂ ਸੋਸ਼ਲ ਮੀਡੀਆ ਆਇਆ ਸਰ ਉਹ ਕਿੱਦਾਂ ਹੈ। ਦੇਖਦੇ ਸੀਪੀ ਜਲੰਧਰ इज लुकिंग इनटू द मैटर। सर क्या दो सर, आरपीजी मिसिंग है? कहा जा रहा है कि तरन तारण में जो आरपीजी अटैक हुआ उसमें एक इस्तेमाल हुआ है, ड्रोन से 3 आए थे, 2 अभी मिसिंग है, ऐसी कुछ इंटेलिजेंस रिपोर्ट मिले हैं पंजाब पुलिस को। नहीं, अभी हम इसकी इन्वेस्टिगेशन कर रहे हैं, तो जल्दी हम आपके साथ सारा कुछ साझा करेंगे। Sir, those who are sir, 4 detained. हाँ जी, he has reported that। कोई कारण पता लगा टाइम नहीं देखो जी, ਇੱਥੇ यूटी ਦਾ प्रेरोगेटिव है, तो पंजाब मतलब साढ़े तो पैनल मंगਿਆ ਜਾਂਦਾ, ਅਸੀਂ ਅਫਸਰ ਭੇਜ ਦਿੰਦੇ ਹਾਂ। ਪਹਿਲੇ ਤਿਆਰ ਹੈ ਸਰ नहीं, नो कमेंट्स ऑन दिस। Sir, 4 who are detained in this RPG attack, are they really connected to some module or they are just working for the sake of money or drugs? ये देखो जी, even what we have seen, even people connected with modules, I will take you to Deepak and Divyanshu, so they were paid also। मतलब है ना, this line is blurring actually between youngsters and terrorists, between being paid or not being paid। So ultimately मतलब इन्होंने प्यादे कह लो, mercenaries कह लो, so इस तरह की सिचुएशन इमर्ज हो। ਤੇ ਸਰ ਹਜੇ ਦੀਪਕ ਚੱਜਰ ਵੀ ਫਰਾਰ ਹੈ, ਅਜੇ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੋਈ, ਹਾਲਾਂਕਿ ਜਿਹੜਾ ਨਾਬਾਲਿਗ ਉਹਨੂੰ ਤਾਂ ਫੜ ਲਿਆ। ਤੇ ਤੁਹਾਨੂੰ ਲੱਗ ਰਿਹਾ ਸਰ ਕੁਝ ਇਨਵੈਸਟੀਗੇਸ਼ਨ, ਪ੍ਰਾਈਵੇਟ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ तो ਜਿਹੜਾ दीपक के इनफैक्ट ਅਸੀਂ ਕਾਫੀ ਐਡਵਾਂਸ ਸਟੇਜ ਤੇ ਸਾਡਾ ਆਪਰੇਸ਼ਨ ਹੈਗਾ, ਸੋ ਵੀ ਆਰ ਹੋਪਫੁਲ ਆਫ ਗੈਟਿੰਗ ਦੀਪਕ ਆਲਸੋ। ਤੇ ਸਰ ਲੱਗ ਰਿਹਾ ਤੁਹਾਨੂੰ ਕੋਈ ਸਿਮਿਲੈਰਿਟੀ ਜਿਹੜੀ ਹੈਗੀ 9 ਮਈ ਨੂੰ ਜਿਹੜਾ ਮੋਹਾਲੀ 'ਚ ਅਟੈਕ ਹੋਇਆ ਸੀਗਾ ਆਰਪੀਜੀ ਔਰ ਤੇ ਇੱਥੇ ਜਿਹੜਾ ਤਰਨਤਾਰਨ 'ਚ ਹੈ, ਇਸ ਦੇ ਉਹਦੇ ਵਿੱਚ ਵਿੱਚ ਕੁਝ ਤੁਹਾਨੂੰ ਲੱਗ ਥੋੜਾ ਰਿਹਾ ਇਹਦੇ ਚ ਦੇਖੋ ਸਮਾਂ ਲੇਟ ਹੈ, ਮੁਹਾਲੀ ਵਾਲਾ ਥੋੜਾ ਅਰਲੀ ਹੋਇਆ ਸੀ, ਅਦਰਵਾਈਜ਼ ਦੀ ਨੇਚਰ ਆਫ ਦੀ ਦੈਟ ਇਜ਼ ਸਿਮਿਲਰ। ਜਿਹੜਾ ਪ੍ਰੋਜੈਕਟਾਈਲ ਯੂਜ਼ ਹੋਇਆ ਉਹ ਸਿਮਿਲਰ ਨੇਚਰ ਦਾ ਹੈ। Sir, do you think they were well trained and that they are being trained by somebody? The way this has been. ਪੋਸਿਬਿਲਿਟੀ ਕੇ ਨੋਟ ਵੀ ਅੱਜਕੱਲ ਵੈਸੇ ਤਾਂ ਜੀ ਆਨਲਾਈਨ ਵੀ ਬੜੇ ਕੋਰਸਿਸ, ਕਿਉਂਕਿ ਪਹਿਲੇ ਮੈਨੂੰ ਯਾਦ ਹੈ 2015-16 ਚ ਜਦੋਂ ਅਸੀਂ ਉਹ ਹਰਮਿੰਦਰ ਮਿੰਟੂ ਫੜਿਆ ਸੀ, ਉਦੋਂ ਥਾਈਲੈਂਡ ਦੇ ਵਿੱਚ ਟ੍ਰੇਨਿੰਗ ਕੈਂਪਸ ਇਹਨਾਂ ਨੇ ਲਾਏ ਸੀਗੇ। तो हजे कोई एक्टिव ਹੁਣ ਜਿਵੇਂ about some we had received about some other input about another gangster who has reached Pakistan, so specifically training camps करके ਉੱਥੋਂ exfiltrate करके ਬੰਦਾ ਇੱਥੇ ਆਇਆ ਹੋਵੇ, ਇਸ ਤਰ੍ਹਾਂ ਦੀ recent report हुई है। Who is this another gangster who have reached Pakistan recently? Can you please name him? Cannot name him। And sir, one last one last question. I mean, in a recent trend, these gangsters who were earlier into the extortion and kind of thing, this Rinda and Goldie Barad and Satbir, Satta, Nashera, they all were now involved into the anti-national activities. And in fact, the base is Pakistan and ISI is backing them. I mean, what is your investigation disclosing this, how it is happening and how they are connected to pro-Khalistani elements and ISI? देखो जी, English, a lot of it is speculative. A lot of it is speculative because there has been increase in pressure of the security forces in JNK. Now, due to this, there has also been a change in the army chief in Pakistan. So they say कि जरा ISI का head सीगा, वो army chief होने recently में, तो जब होता भी somebody takes charge recently, then मैंने impact करना होता है. So we don't know the reason, we can't analyze. We have to go by facts on ground. The facts on ground is that there is an intensification of activity from the other side. जब पाकिस्तान वालों बहुत ज़्यादा मतलब साढ़े भी जब ट्रांसबॉर्डर सोर्सेज होंगे, other technical means of getting information. So उस दिन में यही गल आ रही है कि उन्हां दा बहुत strong pressure है कि कुछ ना कुछ इत्थे कीता जाए। सर एक मूसे वाला केस की इंक्वायरी जी दिल्ली पुलिस कर रही है, उन्होंने अपने भाई ऑफिसर को सिक्योरिटी दी थी, अपने पंजाब पुलिस की जो केस इन्वेस्टिगेशन कर रहे हैं नहीं, मैंने देखो जी जिसको तक मेरी नॉलेज है मूसे वाले केस की इन्वेस्टिगेशन ही की देखो जब कोई क्राइम होता है ਉਹਦੀ FIR दर्ज होती है, ਉਹਦੀ FIR ਸਾਡੇ ਮਾਨਸੇ ਜ਼ਿਲ੍ਹੇ 'ਚ ਦਰਜ ਹੋਗੀ, ਉਹਦੇ ਵਿੱਚ ਅਸੀਂ 35 ਚਾਰਜਸ਼ੀਟ सो वो इन्वेस्टिगेशन में मानसा पुलिस ने की। उन मूसे वाला केस के कुछ अक्यूज्ड या कुछ लोग मुलजिम सीगे जिन्होंने रखी की, उन्होंने दिल्ली पुलिस ने बहुत चंगा काम किया। सो वो
ਉਹਨਾਂ ਨੇ ਉਹ ਬੰਦੇ ਫੜ ਲਏ, ਕੁਝ ਬੰਦੇ ਅਰੈਸਟਡ ਹੋ ਗਏ, ਉਹ ਉਹਨਾਂ ਨੂੰ ਵੀ ਬ੍ਰੌਟ ਦੇਮ ਔਨ ਪ੍ਰੋਟੈਕਸ਼ਨ ਵਾਰੰਟ ਆਪਣੇ ਕੇਸ 'ਚ ਫਾਰਮਲ ਗ੍ਰਿਫਤਾਰੀ ਪਾ ਦਿੱਤੀ। ਸੋ ਪਰ ਮੂਸੇਵਾਲਾ ਮਰਡਰ ਕੇਸ ਹੈਜ਼ ਬੀਨ ਇਨਵੈਸਟੀਗੇਟਡ ਵੀ ਪੰਜਾਬ ਪੁਲਿਸ। ਬਾਕੀ ਇਹਨਾਂ ਦੇ ਦੇਖੋ ਫॉर अस इट इज एन ऑक्यूपेशनल हैजर्ड। ਅਸੀਂ ਕਹਿੰਦੇ ਆਓ ਜੀ ਸਾਹਮਣੇ, ਸਾਡੇ ਸਾਹਮਣੇ ਆਓ, ਫਿਰ ਦੱਸਾਂਗੇ ਜੀ। नहीं जो पुलिस ऑफिसर को धमकियां दे रहे हैं उसकी गल कर रहे हैं। He is telling about the police officer are being provided security there. मैं भी अखबार 'ਚ पढ़ਿਆ जी, ਦਿੱਤੀ ਹੈ ਸਰ, ਜੀ, 12 ਆਫੀਸਰਸ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਹੈ। ਉਹਦੇ 'ਚ ਇਹੀ ਹੈ ਕਿ ਜਿਹੜੇ ਗੈਂਗਸਟਰ ਵੱਲੋਂ ਜਿਹੜੀ ਧਮਕੀਆਂ ਦਿੱਤੀ ਗਈ ਜਾਂ ਫਿਰ ਲੈਟਰ ਜਿਹੜਾ ਦਿੱਤਾ ਗਿਆ ਹੈ, ਉਹਨਾਂ ਦੀ ਜਿਹੜੀ ਸਿਕਿਉਰਿਟੀ ਜਿਹੜੀ ਵਧਾਈ ਗਈ ਹੈ। ਉਹਨਾਂ ਨੇ ਸਿੱਧੂ ਮੂਸੇਵਾਲਾ ਕੇਸ 'ਚ ਜਿਹੜੇ ਵੀ ਫੜ ਕੇ ਤੁਹਾਨੂੰ ਦਿੱਤੇ ਹੈ। देखो ਸਾਡੇ ਲਈ ਅਸੀਂ ਤੇ ਰੋਜ਼ ਹੀ ਕੋਈ ਨਾ ਕੋਈ ਗੈਂਗਸਟਰ ਫੜਦੇ ਸੀ। ਸੋ ਵੀ ਵਿਲ ਕੀਪ ਆवर ਆਫੀਸਰਸ ਸਿਕਿਉਰ। ਦੇਖੋ ਲੱਗਦਾ ਤੁਹਾਨੂੰ ਕਿ ਜੁਬੇ ਨਾਲ ਕਨੈਕਸ਼ਨ ਹਰੇਕ ਗੈਂਗਸਟਰ ਯੂਜ਼ ਕਰਨ ਲੱਗ ਗਿਆ, ਚਾਹੇ ਕੋਈ ਵੀ ਜੁਬੇ ਨਾਲ ਮਤਲਬ ਛੋਟੇ ਉਮਰ ਦਾ ਜਿਹੜਾ ਨਾਬਾਲਗ ਹੁੰਦਾ ਉਹਨੂੰ ਹਰੇਕ ਗਰੁੱਪ 'ਚ ਪਾੜਿਆ ਜਾਂਦਾ, ਹਰੇਕ ਨੂੰ ਅਨਫੋਰਚੂਨੇਟ। ਅਗਰ ਮੈਂ ਇਹ ਪਲੇਟਫਾਰਮ ਯੂਜ਼ ਕਰਾਂਗਾ, ਜਿਹੜੇ ਯੂਥ ਹੈਗੇ ਉਹਨਾਂ ਨੂੰ ਅਪੀਲ ਕਰਾਂਗਾ ਕਿ ਕਿਉਂਕਿ ਉਸ ਹਿਸਾਬ ਦੀ ਆਪਾਂ ਉਹਨਾਂ ਨਾਲ ਰਿਮਾਂਡ ਵੀ ਨਹੀਂ ਲੈ ਸਕਦੇ, ਉਸ ਹਿਸਾਬ ਦਾ ਨਾ ਹੀ ਉਹਨਾਂ ਤੋਂ ਉਸ ਹਿਸਾਬ ਦੀ ਇੰਟਰੋਗੇਸ਼ਨ ਕਰ ਸਕਦੇ। ਇਹ ਕੰਸਟ੍ਰੇਂਟ ਵੀ ਹੈਗਾ ਥੋੜਾ ਜਿਹਾ, ਕਿਉਂਕਿ ਇੰਟਰਨੈਟ ਤੇ ਮੀਡੀਆ ਤੇ ਬਹੁਤ ਜ਼ਿਆਦਾ ਕਹ ਲੋ ਪ੍ਰੋਪਗੈਂਡਾ ਆਉਂਦਾ ਹੈ ਜਾਂ ਪਰਸੈਪਸ਼ਨ ਬਿਲਡਿੰਗ ਹੁੰਦੀ ਹੈ। ਤੇ ਮੈਂ ਯੂਥ ਨੂੰ ਅਪੀਲ ਕਰਾਂਗਾ ਕਿ ਸਸਤੀ ਕਰਦੀ ਹੈ ਵੈਪਨ ਕੋਈ ਬੱਚਾ ਬਤਾ ਲੱਗੇ, ਫੋਟੋ ਨਾ ਲੱਗੇ ਨੇ, ਇਸ ਤਰ੍ਹਾਂ ਰੀਅਲ ਫੋਨ ਤੋਂ ਵੀ ਯੂਥ ਹੈ ਜਿਹੜਾ ਉਹਨਾਂ ਕੋਲ ਆਈਪੀ ਤਾਂ ਹੁਣ ਕਹਿ ਸਕੇ ਆਗੇ ਸਮਝਾ ਸਕੇ ਆਗੇ ਠੀਕ ਹੈ। ਸੀਐਮ ਥੋੜਾ ਕੰਮ ਕਰ ਸਕੀ ਲੱਗੇ ਹੋ, ਲੇਕਿਨ ਕਿੱਦਾਂ ਸੀ ਕਰੋ ਯੂਥ ਨੂੰ ਪਤਾ ਨਹੀਂ ਤੁਹਾਡੀ ਗੱਲ ਦੇਖੋ। ਚੀਫ ਮਿਨਿਸਟਰ ਸਾਹਿਬ ਵੱਲੋਂ ਇੱਕ ਤੇ ਜਿਹੜੀ ਉਹਨਾਂ ਨੇ ਪਾਲਿਸੀ ਬਣਾਈ ਹੈ ਕਿ ਐਨੂਅਲ ਰਿਕਰੂਟਮੈਂਟਸ ਇਨ ਦ ਪੁਲਿਸ, ਮਤਲਬ ਮੈਂ ਸਮਝਦਾ ਕਿ ਹਰ 5 ਸਾਲ ਬਾਅਦ ਰਿਕਰੂਟਮੈਂਟ ਕਰਨ ਦੀ ਬਜਾਏ ਜੇ ਹਰ ਸਾਲ ਇੱਕ ਤੇ ਸਾਨੂੰ ਫਾਇਦਾ ਹੁੰਦਾ, ਸਾਡੀ ਵੈਕੈਂਸੀਜ਼ ਭਰ ਜਾਣਗੀਆਂ। ਇੱਕ ਜਿਹੜਾ ਯੂਥ ਹੈਗਾ ਉਹ ਹਰ ਸਾਲ ਪ੍ਰਿਪੇਅਰ ਕਰੂਗਾ, ਹਰ ਸਾਲ 2-2,500 ਪੋਸਟਾਂ ਨਿਕਲਣਗੀ। So although it is a drop in the ocean for the, but then this will be applicable to all departments. Similarly, मतलब मैं जगह ਇਹਨਾਂ ਨੇ ਬੜੀ ਇੰਪੋਰਟੈਂਟ ਗੱਲ ਕਹੀ ਕਿ ਜਿਹੜੇ ਸਾਡੇ ਕਲਚਰਲ ਆਈਕਨਸ ਹੈਗੇ, ਸਪੋਰਟਸ ਆਈਕਨਸ ਹੈਗੇ, ਉਹਨਾਂ ਨੂੰ ਇੱਕ ਪੋਜ਼ਿਟਿਵ ਮੈਸੇਜਿੰਗ ਕਰਨੀ ਚਾਹੀਦੀ ਕਿ ਯੂ ਸੀ ਅਲਟੀਮੇਟਲੀ ਉਹ ਜਿਵੇਂ ਉਹ ਗੱਲ ਕਰਦੇ ਸੀ ਆਪਣੇ ਜਰਨਲਿਸਟ ਕਿ ਹੀ ਟੁਕ ਵੇਰੀਅਸ ਨੇਮਸ, ਤੇ ਮੈਂ ਲੋਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਇਹਨਾਂ ਦੀ ਸ਼ੈਲਫ ਲਾਈਫ ਬਹੁਤ ਘੱਟ ਹੈਗੀ ਜੀ। ਇਹ ਭਾਵੇਂ ਗੋਲਡੀ ਬਰਾੜ, ਭਾਵੇਂ ਸੱਤਾ ਹੈਗਾ, ਭਾਵੇਂ ਲੰਡਾ ਹੈਗਾ, ਸੋ ਸ਼ੈਲਫ ਲਾਈਫ ਬਹੁਤ ਲਿਮਿਟਡ ਜੀ ਹੈਗੀ। ਸੋ ਯੂਥ ਸ਼ੁੱਡ ਫੋਲੋ ਕਲਚਰਲ ਆਈਕਨਸ, ਗੁੱਡ ਜਿਹੜੇ ਚੰਗੇ ਪੰਜਾਬੀ ਆਈਕਨ ਹੈਗੇ ਜੀ, ਉਹਨਾਂ ਦੇ ਪੈਟਰਨ ਤੇ ਚਲੋ ਜੀ। ਸਰ ਚੈਲੰਜ ਗੋਲਡੀ ਬਰਾੜ ਬਾਰੇ ਸੁਣਨ ਨੂੰ ਕੁਝ ਮਿਲ ਸਕਦਾ ਹੈ? ਸਰ ਚੈਲੰਜ ਐਕਸੈਪਟ ਕੀਤੇ ਜਾ ਰਹੇ, ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਸਾਹਮਣੇ ਆ ਕੇ ਕਰੋ ਜੋ ਵੀ ਕਰਨਾ ਅਟੈਕ। ਕਿ ਪੰਜਾਬ ਪੁਲਿਸ ਇੰਨੀ ਕਿ ਐਕਟਿਵ ਹੈਗੀ ਹੈ ਜਾਂ ਪੰਜਾਬ ਪੁਲਿਸ ਕੋਲ ਇੰਨੇ ਮੁਲਾਜ਼ਮ ਹੈਗੇ ਨੇ ਕਿ ਲੜ ਸਕਦੇ ਨੇ? ਕਿਉਂਕਿ ਥਾਣਿਆਂ ਚੋਂ ਤਾਂ ਇਹੀ ਫੀਡਬੈਕ ਆਉਂਦਾ ਹੈ ਕਿ ਸਾਡੇ ਕੋਲ ਤਾਂ ਮੁਲਾਜ਼ਮ ਵੀ ਪੂਰੇ ਨਹੀਂ, ਕੋਈ ਧਰਨੇ ਦੇ ਵਿੱਚ ਲੱਗਿਆ। ਫੁੱਲੀ ਕੰਪੀਟੈਂਟ ਹੋ ਜੀ। ਇਹ ਚੈਲੰਜਸ ਹੈਗੇ ਮਾਡਰਨ ਪੁਲਿਸਿੰਗ ਦੇ, ਲਾਅ ਐਂਡ ਆਰਡਰ ਚੈਲੰਜਸ ਹੈਗੇ, ਮਤਲਬ ਸਾਰਾ ਕੁਝ ਹੈਗਾ, ਬਟ ਅਸੀਂ ਵੀ ਆਰ ਫੁੱਲੀ ਕੰਪੀਟੈਂਟ ਤੇ ਅਸੀਂ ਕਰਾਂਗੇ। ਦੇਖੋ ਇਨਫੈਕਟ ਮੈਂ ਇਹ ਗੱਲ ਸਰਹਾਲੀ ਵੀ ਕੀਤੀ ਸੀ ਕਿ ਜੇ ਤੁਸੀਂ ਪਰ ਲੱਖ ਪੋਪੂਲੇਸ਼ਨ ਵੇਖੋ ਤੇ ਪੰਜਾਬ ਦਾ ਕ੍ਰਾਈਮ ਛੋਟੀ ਸਟੇਟਾਂ ਨੂੰ ਛੱਡ ਦਿਓ, ਜਿਵੇਂ ਹੁਣ ਅਸੀਂ ਅਰੁਣਾਚਲ ਪ੍ਰਦੇਸ਼ ਨਾਲ ਨਹੀਂ ਕੰਪੇਅਰ ਕਰ ਸਕਦੇ ਜਾਂ ਪੌਂਡੀਚੇਰੀ ਨਾਲ ਨਹੀਂ ਕਰਦੇ, ਅਦਰਵਾਈਜ਼ ਸਾਡਾ ਕ੍ਰਾਈਮ ਜਿਹੜਾ ਇੰਡੀਆ 'ਚ ਲੋਵੈਸਟ ਹੈਗਾ। ਹੁਣ ਸਾਡੇ ਐਵਰੇਜ 700-750 ਮਰਡਰ ਹੁੰਦੇ ਆ ਪਰ ਈਅਰ, ਤੇ ਬਿਹਾਰ ਵਰਗਾ ਸਟੇਟ ਸਾਡੇ ਤੋਂ ਥੋੜਾ ਵੱਡਾ ਹੈ, ਉੱਥੇ 5000 ਮਰਡਰਸ ਹੁੰਦੇ। ਮਤਲਬ ਮੈਂ ਫਿਗਰਸ ਦੀ ਗੱਲ ਕਰ ਰਿਹਾ ਕਿ ਜੇ ਕੰਪੈਰੀਟਿਵ ਪੋਪੂਲੇਸ਼ਨ ਹੁਣ ਕ੍ਰਾਈਮਸ ਅਗੇਂਸਟ ਜਿਵੇਂ ਪਬਲਿਕ ਆਰਡਰ ਹੈ, ਉਹ ਪੰਜਾਬ ਇਜ਼ ਦ ਲੋਵੈਸਟ ਇਨ ਦ ਕੰਟਰੀ। ਸੋ ਮੋਸਟ ਪੈਰਾਮੀਟਰਸ ਦੇ ਵਿੱਚ, ਕਿਉਂਕਿ ਚਲੋ ਇਹ ਬਹੁਤ ਚੰਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਅਵੇਅਰਨੈਸ ਹੈਗੀ, ਛੋਟੀ ਜੀ ਗੱਲ ਹੁੰਦੀ, ਸੋਸ਼ਲ ਮੀਡੀਆ ਇਜ਼ ਵੈਰੀ, ਸੋ ਇਟ ਕੀਪਸ ਅਸ ਔਨ ਆਰ ਟੋਸ। ਬਟ ਇਫ ਯੂ ਕੰਪੇਅਰ ਵਾਟ ਇਜ਼ ਆਮ ਟੋਲਡ ਫੋਰਨ ਕੰਟਰੀਜ਼ ਦੇ ਵਿੱਚ ਮਾਈਨਰ ਆਫੈਂਸਸ ਇਨਵੈਸਟੀਗੇਟ ਨਹੀਂ ਕਰਦੇ ਜੀ। ਕਿਸੇ ਤੁਹਾਡੀ ਇੰਸ਼ੋਰੈਂਸ ਹੋਈ ਹੈ ਤੇ ਪੁਲਿਸ ਨੇ ਤਫਤੀਸ਼ ਨਹੀਂ ਕਰਨੀ। ਸੋ ਵੀ ਟੇਕ ਈਚ ਐਂਡ ਐਵਰੀ ਕ੍ਰਾਈਮ ਵੈਰੀ ਸੀਰੀਅਸਲੀ ਐਂਡ ਵੀ ਟਰਾਈ ਟੂ ਸੋਲਵ। ਸਰ ਫੋਰਸ ਵਧਾਉਣ ਦੀ ਵੀ ਗੱਲ ਹੋਵੇ ਕਿ ਫੋਰਸ ਵਧਾਈ ਜਾਵੇ, ਕਿਉਂਕਿ ਫੋਰਸ ਕਿਹਾ ਜਾਂਦਾ ਕਿ ਥਾਣੇ ਦੇਖੋ ਜੀ ਸਾਡੀ ਨਾ ਹੁਣ ਜਿਵੇਂ ਹੁਣ ਇਸ ਸਾਲ ਜਿਵੇਂ 10,000 ਪੋਸਟਾਂ ਭਰੀਆਂ ਜਾ ਰਹੀਆਂ 2 ਸ਼ਿਫਟਾਂ ਦੇ ਵਿੱਚ। ਹੁਣ ਜਸਟ ਅ ਮੰਥ ਬੈਕ 4500 ਮੁਲਾਜ਼ਮਾਂ ਨੇ ਜੁਆਇਨ ਕੀਤਾ ਜੀ। ਸੋ ਇਹਨਾਂ ਦੀ ਨੈਚੁਰਲੀ ਹੁਣ ਇਸ ਵੇਲੇ ਟ੍ਰੇਨਿੰਗ ਚੱਲ ਰਹੀ ਹੈ, 8-9 ਮਹੀਨੇ ਬਾਅਦ ਇਹਨਾਂ ਨੇ ਜੁਆਇਨ ਕਰ ਲੈਣਾ ਜੀ। 5000 ਹੋਰ ਪੋਸਟਾਂ ਦੇ ਐਗਜ਼ਾਮਸ ਚੱਲ ਰਹੇ, ਸੋ 10,000 ਤੇ ਇਮੀਡੀਏਟ ਭਰ ਜਾਊਗੀ ਜੀ। ਸੋ ਇਨ ਅਨਦਰ 6 months ਯੂ ਵਿਲ ਸੀ ਦ ਡਿਫਰੈਂਸ ਔਨ ਗਰਾਊਂਡ। ਹਰ ਸਾਲ ਸਾਡੀ ਜਿੰਨੀ ਵੈਕੈਂਸੀਜ਼ ਹੋਣਗੀ, ਜਿਹੜੀ ਸਾਡੀ 80,000 ਦੀ ਹੈਗੀ, ਉਹ ਹਰ ਸਾਲ ਰਿਕਰੂਟਮੈਂਟ ਕਰਕੇ ਅਸੀਂ ਉਹਨੂੰ ਪੂਰਾ ਕਰਾਂਗੇ ਜੀ। ਤੇ ਗਵਰਨਮੈਂਟ ਵੱਲੋਂ ਸਾਨੂੰ ਚੀਫ ਮਿਨਿਸਟਰ ਸਾਹਿਬ ਵੱਲੋਂ ਇਹ ਵੀ ਅਸ਼ੋਰੈਂਸ ਮਿਲਿਆ ਹੈ ਕਿ ਜਿਹੜੀ ਸਾਡੀ ਨਵੀਆਂ ਸਕੀਮਾਂ ਹੈ, ਜੇ ਸਾਨੂੰ ਆਪਣੀ ਮੈਨ ਪਾਵਰ ਵਧਾਉਣ ਦੀ ਲੋੜ ਹੈ ਤੇ ਉਹ ਵੀ ਸਟੇਟ ਗਵਰਨਮੈਂਟ ਨੇ 2 ਚੀਜ਼ਾਂ ਸਾਨੂੰ ਇਹਦੇ 'ਚ ਕਾਫੀ ਹਾਈ ਲੈਵਲ ਰਿਵਿਊ ਮੀਟਿੰਗ ਹੋਈ ਸੀਗੀ, 2 ਚੀਜ਼ਾਂ ਤੇ ਕਿਹਾ ਹੈਗਾ। ਇੱਕ ਮੈਨ ਪਾਵਰ, ਇੱਕ ਸਾਡੀ ਟੈਕਨੋਲੋਜੀਕਲ ਅਪਗ੍ਰੇਡੇਸ਼ਨ। ਇਨਫੈਕਟ ਪਰਸੋਂ ਜਦੋਂ ਸੀਐਮ ਸਾਹਿਬ ਨੇ ਜੇਲ੍ਹ ਵਿਜ਼ਿਟ ਕੀਤੀ ਸੀ, ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਸੀ। ਸੋ ਉਸ ਦੇ ਵਿੱਚ ਕੀ ਅਸੀਂ ਡਿਟੇਲ 'ਚ ਡਿਸਕਸ ਕੀਤਾ ਕਿ ਜੇਲ੍ਹਾਂ ਨੂੰ ਕਿਵੇਂ ਸਟਰੋਂਗ ਕਰਨਾ। ਮੈਂ ਐਗਜ਼ਾਮਪਲ ਦੇ ਰਿਹਾ ਜੀ। ਹੁਣ ਸਾਡਾ ਇੰਟੈਲੀਜੈਂਸ ਵਿੰਗ ਹੈਗਾ,
ਜਾਂ ਸਾਡੀ ਬਾਰਡਰ ਪੁਲਿਸ ਸਟੇਸ਼ਨ ਹੈਗੇ ਤੇ ਅਸੀਂ ਕਾਫੀ ਐਂਬੀਸ਼ੀਅਸ ਪਲਾਨ ਬਣਾਇਆ, ਸਾਡਾ ਸਾਈਬਰ ਕ੍ਰਾਈਮ ਸੈੱਲ ਹੈ ਕਿ ਇਹਨਾਂ ਨੂੰ ਅਪਗ੍ਰੇਡ ਕਰਨਾ ਹੈ। ਸੋ 30 ਕਰੋੜ ਦਾ ਸਟੇਟ ਗਵਰਨਮੈਂਟ ਨੇ ਮਨਜ਼ੂਰੀ ਦਿੱਤੀ ਹੈ ਫॉर ਅਪਗ੍ਰੇਡੇਸ਼ਨ ਆਫ ਸਾਈਬਰ ਸੈੱਲ। 80 ਕਰੋੜ ਦੀ ਉਹਨਾਂ ਨੇ ਸੀਐਮ ਸਾਹਿਬ ਨੇ ਮਨਜ਼ੂਰੀ ਦਿੱਤੀ ਹੈ ਫॉर ਅਪਗ੍ਰੇਡੇਸ਼ਨ ਆਫ ਦੀ ਇੰਟੈਲੀਜੈਂਸ ਨੈਟਵਰਕ। ਸੋ ਬਾਰਡਰ ਪੁਲਿਸਿੰਗ ਲਈ ਅਸੀਂ ਸੈਂਟਰਲ ਗਵਰਨਮੈਂਟ ਤੋਂ ਅਸੀਂ ਜਦੋਂ ਸੀਐਮ ਐਚਐਮ ਨੂੰ ਮਿਲੇ ਸੀਗੇ ਤਾਂ 150 ਕਰੋੜ ਦੀ ਅਸੀਂ ਪ੍ਰਪੋਜ਼ਲ ਸੈਂਟਰਲ ਗਵਰਨਮੈਂਟ ਨੂੰ ਭੇਜੀ ਹੈ ਫॉर ਅਪਗ੍ਰੇਡੇਸ਼ਨ ਆਫ ਆਵਰ ਬਾਰਡਰ ਪੁਲਿਸ ਸਟੇਸ਼ਨਸ। ਸੋ ਸਾਨੂੰ ਆਸ ਹੈ ਕਿ ਸਾਨੂੰ ਸੈਂਟਰ ਦੀ ਵੀ ਪੂਰੀ ਸਪੋਰਟ ਮਿਲੂਗੀ ਤੇ ਅਸੀਂ ਪੰਜਾਬ ਪੁਲਿਸ ਨੂੰ ਮਾਡਰਨਾਈਜ਼ ਕਰਾਂਗੇ। ਜਿੱਥੇ ਸਾਨੂੰ ਮੈਨ ਪਾਵਰ ਦੀ ਸ਼ਾਰਟੇਜ ਹੈਗੀ ਅਸੀਂ ਮੈਨ ਪਾਵਰ ਉਹ ਡੈਫੀਸ਼ੀਐਂਸੀ ਪੂਰੀ ਕਰਾਂਗੇ। ਸਾਡੇ ਜਿਵੇਂ ਨਵੇਂ ਵਿੰਗਸ ਹੈਗੇ, ਜਿਵੇਂ ਇੱਕ ਸਾਡੀ ਐਂਬੀਸ਼ੀਅਸ ਸਕੀਮ ਪਲਾਨ ਅਸੀਂ ਕਰ ਰਹੇ ਹੈਗੇ ਜਿਹੜੇ 112 ਹੈਗੇ ਕਿ 112 ਦਾ ਜਿਹੜਾ ਔਨ ਦਾ ਪੈਟਰਨ ਆਫ ਯੂਪੀ ਕਿ ਅਸੀਂ ਤਾਂ ਕਿ ਸਾਡਾ ਰਿਸਪੌਂਸ ਟਾਈਮ ਘਟੇ। ਸੋ ਅਸੀਂ ਇਹ ਅਗਲੇ ਬਜਟ ਦੇ ਵਿੱਚ ਅਸੀਂ ਇੱਕ ਐਂਬੀਸ਼ੀਅਸ ਪ੍ਰਪੋਜ਼ਲ ਲੈ ਕੇ ਆਵਾਂਗੇ ਸਰਕਾਰ ਤੋਂ। ਸੋ ਇਨ ਪ੍ਰਿੰਸੀਪਲ ਦਿਸ ਹੈਜ਼ ਬੀਨ ਡਿਸਕਸ। ਸੋ ਸਾਡੇ ਐਫਰਟਸ ਹੈਗੇ ਪੰਜਾਬ ਪੁਲਿਸ ਨੂੰ ਮਾਡਰਨਾਈਜ਼ ਕੀਤਾ ਜਾਵੇ, ਅਪਗ੍ਰੇਡ ਕੀਤਾ ਜਾਵੇ। ਇੱਕ ਸਵਾਲ ਹੈ ਸਰ, ਜੇਲ੍ਹਾਂ ਦੀ ਤੁਸੀਂ ਗੱਲ ਕੀਤੀ ਸਰ, ਜੇਲ੍ਹਾਂ 'ਚ ਮੋਬਾਈਲ ਜਿਹੜੇ ਆ ਉਹ ਬਹੁਤ ਰਿਕਵਰ ਹੋ ਰਹੇ, ਹੁਣ ਵੀ ਨਹੀਂ ਸਿਲਸਿਲਾ ਰੁਕ ਰਿਹਾ ਹੈ। ਕੋਈ ਵੀ ਜੇਲ੍ਹ 'ਚ ਤੁਸੀਂ ਚਾਪੇ ਮਾਰ ਲਓ ਜਾਂ ਫਿਰ ਰਿਕਵਰੀ ਜਿਹੜੀ ਹੈ ਕੰਟੀਨਿਊ ਜਿਹੜਾ ਰੂਟੀਨ ਚੱਲ ਰਹੀ ਹੈ, ਉਹਨੂੰ ਰੋਕਣ ਵਾਸਤੇ ਸਰ ਕਿਸ ਤਰ੍ਹਾਂ ਦਾ ਕੰਮ ਕੀਤਾ ਜਾ ਰਿਹਾ? ਕਿਉਂਕਿ ਜਿਹੜੀ ਮੈਨੂੰ ਲੱਗਦਾ ਕਿ ਦੋ ਤਿੰਨ ਚੀਜ਼ਾਂ ਮੈਂ ਇਸ ਤੇ ਦੱਸਾਂਗਾ। ਇੱਕ ਤੇ ਸੀਐਮ ਸਾਹਿਬ ਨੇ ਟੇਕਅਪ ਕੀਤਾ ਸੀਗਾ ਹੋਮ ਮਿਨਿਸਟਰ ਸਾਹਿਬ ਨੇ। ਸੋ ਹੋਮ ਮਿਨਿਸਟਰ ਵਾਸ ਵੈਰੀ ਲਾਰਜ ਹਾਰਟਡ। ਹੀ ਅਨਾਉਂਸ ਕਿ ਅਸੀਂ ਪੰਜਾਬ ਨੂੰ ਉਹਨਾਂ ਨੇ ਅਪਰੂਵ ਕਰਤਾ ਹੈ 100 ਕਰੋੜ ਦੇਣਗੇ ਕਿ ਇੱਕ ਬਿਲਕੁਲ ਅਲਟਰਾ ਮਾਡਰਨ ਜੇਲ੍ਹ ਬਣਾਵੇ। ਸੋ ਉਹ ਸੈਂਟਰਲੀ ਨਵਾਂ ਸ਼ਹਿਰ ਦੇ ਆਲੇ ਦੁਆਲੇ ਲੈਂਡ ਕੀਤਾ ਜਾ ਰਿਹਾ ਹੈਗਾ। ਦੂਜਾ ਜਿਹੜਾ ਜਿਵੇਂ ਬਠਿੰਡਾ ਜੇਲ੍ਹ ਦੇ ਵਿੱਚ ਮੈਂ ਬਹੁਤਾ ਖੁੱਲ ਕੇ ਨਹੀਂ ਬੋਲ ਸਕਦਾ ਤੇ ਅਸੀਂ ਇੱਕ ਟੈਕਨੋਲੋਜੀਕਲ ਸੋਲੂਸ਼ਨ ਇੰਪਲੀਮੈਂਟ ਕੀਤਾ ਸੀਗਾ 2 ਸਾਲ ਪਹਿਲੇ। ਸੋ ਉਸ ਜੇਲ੍ਹ ਦੇ ਵਿੱਚ ਮੋਬਾਈਲ ਚੱਲਦੇ ਹੀ ਨਹੀਂ ਚੱਲਦੇ ਸਰ। ਸੋ ਉਹ ਅਸੀਂ ਰਿਪੀਟ ਕਰ ਰਹੇ ਹੈਗੇ ਫॉर ਆਲ ਦਾ ਜੇਲਸ ਇਨ ਪੰਜਾਬ। ਥੈਂਕ ਯੂ ਸਰ। ਟੈਕਨੀਕਲ ਸੋਲੂਸ਼ਨ ਜਿਹੜਾ ਤੀਜਾ ਇਹਨਾਂ ਦੀ ਮੈਨ ਪਾਵਰ ਜਿਹੜਾ ਜੇਲ੍ਹ ਡਿਪਾਰਟਮੈਂਟ ਹੈ ਜਿੱਥੇ ਇਹਨਾਂ ਦੀ ਬਾਉਂਡਰੀ ਦੇ ਉਹ ਜਿਹੜੇ ਬਿਲਡਅਪ ਏਰੀਆ 'ਚ ਪ੍ਰੋਬਲਮ ਹੈਗੀ ਕਿਉਂਕਿ ਜਿਹੜਾ ਥਰੋ ਦਾ ਸਿਸਟਮ ਹੈ ਈਵਨ ਇੱਕ ਤਾਂ ਚਲੋ ਸਕਰੀਨਿੰਗ ਦੇ ਵਿੱਚ ਕਈ ਵਾਰੀ ਆ ਜਾਂਦੇ ਆ, ਅਦਰਵਾਈਜ਼ ਜਿਵੇਂ ਲੁਧਿਆਣਾ ਜੇਲ੍ਹ ਹੈ ਜਾਂ ਪਟਿਆਲਾ ਦੇ ਵਿੱਚ ਜੇਲ੍ਹ ਹੈ ਉਹ ਥਰੋ ਕਰਕੇ ਵੀ ਮੋਬਾਈਲ ਜਿਹੜਾ ਹੋਰ ਚੀਜ਼ਾਂ ਅੰਦਰ ਆ ਜਾਂਦੀ ਹੈ। ਸੋ ਦਿਸ ਇਜ਼ ਅ ਪ੍ਰੋਬਲਮ। ਤੇ ਲੌਂਗ ਟਰਮ ਆਹੀ ਸੋਲੂਸ਼ਨ ਹੈ ਕਿ ਜੇਲ੍ਹਾਂ ਨੂੰ ਡੀਕੰਜੈਸਟ ਕਰਕੇ ਜਿਹੜੇ ਆਊਟਸਕਰਟਸ 'ਚ ਲੈ ਕੇ ਜਾਇਆ ਜਾਵੇ ਤੇ ਇਹਨਾਂ ਨੂੰ ਫੁੱਲੀ ਸਿਕਿਉਰ ਕੀਤਾ ਜਾਵੇ। ਮੈਨ ਪਾਵਰ ਇਜ਼ ਆਲਮੋਸਟ 50%। ਜਿਹੜੀ ਪੰਜਾਬ ਦੀ ਜੇਲ੍ਹਾਂ ਦਾ ਸੈਂਕਸ਼ਨ ਮੈਨ ਪਾਵਰ 50% ਸਟਰੈਂਥ ਤੇ ਕੰਮ ਕਰ ਰਹੀ ਹੈ। ਸੋ ਉਹਨਾਂ ਦੇ ਵੀ ਬੜੇ ਕੰਸਟ੍ਰੇਂਟਸ। ਸੋ ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹੈਗੇ ਕਿ ਜੇਲ੍ਹਾਂ ਨੂੰ ਮਾਡਰਨਾਈਜ਼ ਅਪਗ੍ਰੇਡ ਕੀਤਾ ਜਾਵੇ। ਜੀ ਸਾਹਿਬ, ਮੈਨ ਪਾਵਰ ਪਹਿਲਾਂ ਹੀ ਘੱਟ ਹੈ, ਸਰਕਾਰ ਨੇ ਕਿਤੇ ਨਹੀਂ ਫੈਸਲਾ ਲਿਆ। ਹੁਣ ਪੰਜਾਬ ਪੁਲਿਸ ਦੇ ਜਵਾਨ ਜ਼ਿਆਦਾਤਰ ਮੈਰਿਜ ਪੈਲਸਾਂ ਦੇ ਬਾਹਰ ਖੜਦੇ ਰਾਤ ਨੂੰ, ਤੁਹਾਨੂੰ ਨਹੀਂ ਲੱਗਦਾ ਵੀ ਜ਼ਿਆਦਾ ਚੈਲੰਜਿੰਗ ਆ? ਰਾਤ ਨੂੰ ਸੁਰੱਖਿਆ ਹੋਰ ਵਧਾਉਣੀ ਚਾਹੀਦੀ ਆ? ਸਰਕਾਰੀ ਬਿਲਡਿੰਗਾਂ ਦੀ ਗੱਲ ਕਰ ਲਈਏ ਜਾਂ ਹੋਰ ਜਿਹੜੇ ਨਸ਼ਾ ਤਸਕਰਾਂ ਦੇ ਇਲਾਕੇ ਨੇ ਜ਼ਿਆਦਾ? ਤੇ ਅਸੀਂ ਦੇਖੋ ਸਾਡੀ ਜਿਹੜੀ ਟੌਪ ਮੋਸਟ ਪ੍ਰਾਇੋਰਟੀ ਹੈਗੀ ਸਟੇਟ ਗਵਰਨਮੈਂਟ ਦੀ ਹੈਗੀ ਉਹ ਗੈਂਗਸਟਰਸ, ਡਰੱਗਸ, ਟੈਰਰਿਜ਼ਮ। ਅਸੀਂ ਇਸ ਤੇ ਪੂਰਾ ਫੋਕਸ ਕਰਾਂਗੇ ਤੇ ਬਾਕੀ ਜਿਹੜੀ ਵੀ ਸਰਕਾਰ ਦੀ ਹਦਾਇਤਾਂ ਹੈ ਉਹ ਉਸ ਦੀ ਪਾਲਣਾ ਕੀਤੀ ਜਾਊਗੀ। ਚਲੋ।